ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਹਿ ਤੇਹਾ ਹਉ ਕਰਈ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਹਿ ਤੇਹਾ ਹਉ ਕਰਈ ਵਖਿਆਨ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਹਜ਼ੂਰੀ ਅੰਦਰ ਜੋ ਚੇਤ ਮਹੀਨੇ ਦੀ ਪ੍ਰਾਰੰਭਤਾ ਹੋ ਰਹੀ ਹੈ ਅਤੇ ਨਾਨਕਸ਼ਾਹੀ ਸੰਮਤ, ਜਿਸ ਨੂੰ ਨਾਨਕ ਨਾਮ ਲੇਵਾ ਸਿੱਖ ਸੰਗਤ ਨਵਾਂ ਸਾਲ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਸਤਿਗੁਰਾਂ ਦੀ ਬਾਣੀ ਦਾ ਓਟ ਆਸਰਾ ਲੈ ਕੇ ਮਨਾ ਰਹੇ ਨੇ। ਸਭ ਤੋਂ ਪ੍ਰਥਮ ਬੇਨਤੀ ਕਰਾਂ, ਬਹੁਤ ਘੱਟ ਐਸੀਆਂ ਸਟੇਜਾਂ ਨੇ ਜਿਨ੍ਹਾਂ ਤੇ ਇਸ ਦਿਹਾੜੇ ਨੂੰ ਨਵੇਂ ਸਾਲ ਕਰਕੇ ਮਨਾਇਆ ਜਾਂਦਾ ਹੈ, ਨਹੀਂ ਤੇ ਆਪ ਸੰਗਤ ਸੂਝਵਾਨ ਬੈਠੇ ਹੋ। ਖੈਰ, ਜਦੋਂ ਗਾਹੇ ਬਗਾਹੇ ਕਥਾ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤੇ 31 ਦਸੰਬਰ ਵਾਲੀ ਰਾਤ ਨੂੰ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਪਿਛਲੇ ਜਿਹੜਾ 2021 ਲੰਘ ਕੇ ਗਿਆ, ਮੈਂ 3 ਕਥਾ 31 ਦਸੰਬਰ ਨੂੰ ਕੀਤੀਆਂ ਸੀ। ਇੱਕ ਰਾਤ ਵਿੱਚ 3 ਕਥਾ ਕਿਉਂ ਕੀਤੀਆਂ? ਕਿਉਂਕਿ ਨਵੇਂ ਸਾਲ ਦੀ ਆਰੰਭਤਾ ਹੋ ਰਹੀ ਸੀ, ਨਵਾਂ ਸਾਲ ਆਰੰਭ ਹੋ ਰਿਹਾ ਹੈ। ਔਰ ਜਿਹੜਾ ਅੱਜ ਸਾਡਾ ਨਵਾਂ ਸਾਲ ਆਰੰਭ ਹੋ ਰਿਹਾ ਹੈ, ਉਹਦੇ ਬਾਬਤ ਸਾਡੇ ਮਨਾਂ ਅੰਦਰ ਓਨਾ ਚਾਅ, ਓਨੀ ਖੁਸ਼ੀ ਨਹੀਂ ਜਿੰਨੀ 31 ਦਸੰਬਰ ਵਾਲੀ ਰਾਤ ਔਰ 1 ਜਨਵਰੀ ਨੂੰ ਹੁੰਦੀ ਹੈ। ਉਦੋਂ ਅਸੀਂ ਸਭ ਨੂੰ ਮੈਸੇਜ ਵੀ ਭੇਜਦੇ ਹਾਂ, ਤਕਰੀਬਨ ਪੂਰਾ 31 ਦਸੰਬਰ ਔਰ 1 ਜਨਵਰੀ ਨੂੰ ਮੈਸੇਜ ਹੀ ਇਹ ਆਉਂਦੇ ਰਹਿੰਦੇ ਵੀ ਨਵਾਂ ਸਾਲ ਤੁਹਾਡੇ ਵਾਸਤੇ, ਖੁਸ਼ੀਆਂ ਤੁਹਾਡੇ ਘਰ ਵਿੱਚ, ਇਤਿਆਦਿਕ ਸਭ ਕੁਝ ਇੱਦਾਂ ਦੇ ਹੀ WhatsApp ਤੇ Facebook ਤੇ ਸਭ ਕੁਝ ਇੱਦਾਂ ਦੀਆਂ ਪੋਸਟਾਂ। ਪਰ ਇਸ ਦਿਹਾੜੇ ਨਾਲ ਜਿਹੜਾ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਚਲਾਇਆ ਹੋਇਆ ਪੰਥ ਹੈ, ਜਿਹਨੂੰ ਭਾਈ ਗੁਰਦਾਸ ਸਾਹਿਬ ਨੇ ਸਮਝਾਇਆ, ਨਾਨਕ ਨਿਰਮਲ ਪੰਥ ਚਲਾਇਆ। ਜਿਹੜਾ ਸਤਿਗੁਰੂ ਨਾਨਕ ਨੇ ਨਿਰਮਲ ਪੰਥ ਇਖਤਿਆਰ ਕੀਤਾ, ਜਿਸ ਮਾਰਗ ਤੇ ਸਿੱਖ ਨੂੰ ਤੋਰਿਆ ਹੈ, ਉਸ ਮਾਰਗ ਤੇ ਪਾਂਧੀ ਬਣਨ ਵਾਸਤੇ ਬਹੁਤ ਘੱਟ, ਔਰ ਮੈਨੂੰ ਇਹ ਮਾਫ ਕਰਿਓ ਤੇ ਇਹ ਬਚਨ ਕਹਿਣ ਦਿਓ, ਜਦੋਂ ਰਾਤ 12:01 ਹੁੰਦਾ ਹੈ ਨਾ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇ ਫੁੱਲਾਂ ਦੀ ਵਰਖਾ ਵੀ ਕਰਦੇ ਹਾਂ। 31 ਦਸੰਬਰ ਵਾਲੀ ਮੈਂ ਗੱਲ ਕਰ ਰਿਹਾ, ਔਰ ਹਰ ਪਾਸੇ ਤੋਂ ਹਰ ਇੱਕ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਵੀ ਹੁੰਦਾ ਹੈ। ਸਾਡੇ
ਇਹ ਅਵੇਸਲਾਪਨ ਕਹਿ ਲਈਏ ਸਾਡੇ ਅੰਦਰ, ਇਹ ਇੱਕ ਭੁੱਲ ਕਹਿ ਲਈਏ, ਜਾਂ ਅਸੀਂ ਆਪਣੇ ਮਾਰਗ ਤੋਂ ਕਿੰਨਾ ਕੁ ਦੂਰ ਹੁੰਦੇ ਜਾਂਦੇ ਆ, ਇਹ ਸਾਨੂੰ ਅੱਜ ਇੱਥੇ ਦੀਵਾਨ ਵਿੱਚ ਬੈਠਿਆਂ ਮਹਿਸੂਸ ਕਰ ਸਕਦੇ ਆ ਵੀ ਕਿੰਨੇ ਕੁ ਜਾਣੇ ਅੱਜ ਅਸੀਂ ਆਪਣੇ ਸਤਿਗੁਰੂ ਦੇ ਨਿਰੰਕਾਰ ਦੇ ਪਾਏ ਹੋਏ ਮਾਰਗ ਤੇ ਤੁਰਨ ਵਾਸਤੇ ਇਕੱਠੇ ਹੋਏ ਆ। ਕਿੰਨੀ ਕੁ ਸਾਡੀ ਅੱਜ ਸੰਖਿਆ ਹੈ, ਗਿਣਤੀ ਦੇ ਆਪ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹੋ ਤੇ ਨਾਨਕ ਸਹੀ ਸੰਮਤ ਨੂੰ ਮਨਾਉਣ ਵਾਸਤੇ ਜਿਹੜੇ ਆਏ ਹੋ, ਆਪ ਨੂੰ ਮੁਬਾਰਕ, ਵਧਾਈਆਂ। ਸਤਿਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਆਪ ਜੀ ਨੇ ਬੱਚਿਆਂ ਪਾਸੋਂ ਸ਼ਬਦ ਗੁਰਬਾਣੀ ਸਰਵਨ ਕੀਤੀ, ਜੋ ਆਰੰਭਤਾ ਹੈ ਪਵਿੱਤਰ ਬਾਣੀ ਦੀ, ਉਹ ਵਿਚਾਰ ਪ੍ਰਾਰੰਭਣ ਦੀ ਦਾਸ ਨੂੰ ਅਸੀਸ ਬਖਸ਼ਿਸ਼ ਕਰੋ, ਗੁਰ ਫਤਿਹ ਪ੍ਰਵਾਨ ਕਰੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਝ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਚੌਥੇ ਘਰ ਵਿੱਚ ਇਸ ਪਵਿੱਤਰ ਬਾਣੀ ਦੀਆਂ 14 ਪੌੜੀਆਂ ਉਚਾਰਨ ਕੀਤੀਆਂ ਨੇ। 12 ਮਹੀਨਿਆਂ ਦੀ ਵਿਆਖਿਆ ਕਰਦੀਆਂ 12 ਪੌੜੀਆਂ। ਇੱਕ ਪਹਿਲੀ ਪੌੜੀ ਜਿਹੜੀ ਕਿਰਤ ਕਰਮ ਕੇ ਵਿਛੜੇ ਤੋਂ ਆਰੰਭ ਹੋ ਰਹੀ ਹੈ, ਤੇ 14ਵੀਂ ਪੌੜੀ ਜਿਹੜੀ ਇਹ ਸਾਰੀ 12 ਮਹਾ ਦਾ ਤੱਥ ਸਰਲੇਖ ਸਾਡੇ ਸਾਹਮਣੇ ਰੱਖਦੀ ਹੈ। ਵੈਸੇ ਸਤਿਗੁਰੂ ਦੀ ਬਾਣੀ ਨੇ ਸਾਨੂੰ ਇਹਨਾਂ ਮਹੀਨਿਆਂ ਦੇ ਨਾਲ, ਭਾਵੇਂ ਉਹ ਪੂਰਨਮਾਸੀ ਹੋਵੇ, ਸੰਗਰਾਂਦ ਹੋਵੇ, ਮੱਸਿਆ ਹੋਵੇ ਜਾਂ ਕੋਈ ਹੋਰ ਦਿਹਾੜੇ ਹੋਣ, ਸਾਨੂੰ ਜੋੜਿਆ ਨਹੀਂ। ਸਾਨੂੰ ਇਸੇ ਬਾਣੀ ਦੇ ਵਿੱਚ ਮੇਰੇ ਮਾਲਕ ਨੇ ਅੰਤ ਵਿੱਚ ਕਿਹਾ ਵੀ ਮਹਾ ਦਿਵਸ ਮਹੂਰਤ ਭਲੇ। ਸਾਡੇ ਵਾਸਤੇ ਮਹਾ ਕਹਿੰਦੇ ਮਹੀਨੇ ਨੂੰ, ਕੋਈ ਮਹੂਰਤ ਹੋਵੇ, ਕੋਈ ਮਹੀਨਾ ਹੋਵੇ, ਕੋਈ ਦਿਨ ਹੋਵੇ, ਸਾਡੇ ਵਾਸਤੇ ਸਭ ਕੁਝ ਭਲਾ ਹੀ ਭਲਾ ਹੈ। ਪਰ ਕਦੋਂ ਭਲਾ ਹੈ? ਜਦੋਂ ਰੱਬ ਪਰਮਾਤਮਾ ਕਰਤਾ ਪੁਰਖ ਵਾਹਿਗੁਰੂ ਸਾਡੇ ਚੇਤੇ ਵਿੱਚ ਆਏ। ਸਤਿਗੁਰੂ ਦੀ ਬਾਣੀ ਨੇ ਇਹ ਕਿਰਪਾ ਕੀਤੀ। ਮਹਾਰਾਜ ਕਹਿੰਦੇ ਵੀ ਹੇ ਨਾਨਕ, ਅਸਲ ਦੇ ਵਿੱਚ ਇਹ 12 ਮਹੀਨੇ ਨੇ ਤੇ 12 ਮਹੀਨਿਆਂ ਦੀਆਂ 6 ਰੁੱਤਾਂ ਨੇ। ਜਿਵੇਂ ਇਹ ਬਸੰਤ ਰੁੱਤ ਚੱਲ ਰਹੀ ਹੈ ਤੇ ਇਸ ਰੁੱਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਵੱਖ-ਵੱਖ ਰੁੱਤਾਂ ਦਾ ਜ਼ਿਕਰ ਕੀਤਾ ਹੈ। ਗ੍ਰੀਖਮ ਰੁੱਤ ਆਉਂਦੀ ਹੈ, ਸਰਦ ਰੁੱਤ ਆਉਂਦੀ ਹੈ, ਹਿਮਕਰ ਰੁੱਤ ਆਉਂਦੀ ਹੈ, ਬਸੰਤ ਰੁੱਤ ਆਉਂਦੀ। ਇਹ 6 ਰੁੱਤਾਂ 12 ਮਹੀਨਿਆਂ ਨਾਲ ਜੁੜੀਆਂ ਨੇ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਵੀ ਅਸਲ ਵਿੱਚ ਜੇ ਤੇ ਰੱਬ ਚੇਤੇ ਆ ਜਾਏ, ਪਰਮਾਤਮਾ ਚੇਤੇ ਆ ਜਾਏ, ਤੇ ਹਰ ਮੌਸਮ, ਹਰ ਸਮਾਂ, ਹਰ ਰੁੱਤ ਸਾਡੇ ਵਾਸਤੇ ਭਲੀ ਹੈ। ਮਹਾਰਾਜ ਨੇ ਕਿਹਾ ਵੀ ਜੇ ਰੱਬ ਚੇਤੇ ਨਹੀਂ, ਪਰਮਾਤਮਾ ਚੇਤੇ ਨਹੀਂ, ਤੇ ਫਿਰ ਸਾਹਿਬ ਦੀ ਬਾਣੀ ਕਹਿੰਦੀ ਫਿੱਟ ਭਲੇਰੀ ਰੁੱਤ, ਉਹਦੇ ਵਾਸਤੇ ਉਹ ਰੁੱਤ ਫਿਟਕਾਰਯੋਗ ਵੀ ਬਣ ਜਾਂਦੀ ਹੈ। ਜੇ ਤੇ ਬਸੰਤ ਦਾ ਖੇੜਾ ਵੇਖ ਕੇ ਸਾਡੇ ਅੰਦਰ ਚਾਅ ਚੜ ਜਾਏ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਹਿ ਦਿੱਤਾ ਵੀ ਮਹਾ ਮਹਾ ਮੁਬਾਰਕੀ ਚੜਿਆ ਸਦਾ ਬਸੰਤ ਹੈ। ਮੁਬਾਰਕਾਂ ਹੋਣ, ਬਸੰਤ ਦੀ ਰੁੱਤ ਆ ਗਈ, ਖੇੜਾ ਆ ਗਿਆ, ਬਨਸਪਤੀ ਹਰਿਆਵਲ ਨਾਲ ਭਰ ਗਈ। ਉਹਨੂੰ ਵੇਖ ਕੇ ਮੇਰੇ ਮਨ ਅੰਦਰ ਚਾਅ ਚੜ ਗਿਆ, ਮੇਰਾ ਸੁੱਕਾ ਹੋਇਆ ਹਿਰਦਾ ਬਾਣੀ ਵਾਲੇ ਪਾਸੇ ਤੁਰਨਾ ਸ਼ੁਰੂ ਹੋ ਗਿਆ ਵੀ ਵੇਖ ਮਨਾ ਸਾਰੇ ਪਾਸੇ ਹਰਿਆ ਭਰਿਆ ਹੋਇਆ ਪਿਆ। ਬਨਸਪਤੀ ਮੌਲਣ ਦੇ ਫੁੱਲ ਜਿਹੜੇ ਉਹ ਆਪਣੀਆਂ ਕੁਰੰਬਲਾਂ ਪੌਦਿਆਂ ਦੇ ਵਿੱਚੋਂ, ਰੁੱਖਾਂ ਦੇ ਵਿੱਚੋਂ ਛੋਟੇ ਛੋਟੇ ਹਰੇ ਪੱਤੇ ਜਿਹੜੇ ਉਹ ਪੁੱਗਣੇ ਸ਼ੁਰੂ ਹੋ ਗਏ, ਪੁੰਗਰਨੇ ਸ਼ੁਰੂ ਹੋ ਗਏ। ਤੇ ਸਾਹਿਬ ਕਹਿੰਦੇ ਉਹਨਾਂ ਨੂੰ ਵੇਖ ਕੇ ਮੇਰੇ ਮਨ ਅੰਦਰ ਵੀ ਚਾਅ ਚੜਿਆ ਵੀ ਮਨਾ ਤੂੰ ਵੀ ਕਦੇ ਬਸੰਤ ਦੇ ਰੁੱਤ ਨੂੰ, ਖੇੜੇ ਨੂੰ ਵੇਖ ਕੇ ਹਰਿਆ ਹੋਏਗਾ। ਇਸੇ ਵਾਸਤੇ ਜਦੋਂ ਰਾਗੀ ਸਿੰਘ 3 ਪੌੜੀਆਂ ਪੜ੍ਹਦੇ ਨਾ ਬਸੰਤ ਕੀ ਵਾਰ ਦੀਆਂ, ਤੇ ਆਪ ਜਦੋਂ ਬਾਣੀ ਪੜ੍ਹਦੇ ਹੋ, ਬਾਣੀ ਸੁਣਦੇ ਹੋ, ਤੇ ਇੱਕ ਇੱਕ ਅੱਖਰ ਨੂੰ ਬੜੇ ਧਿਆਨ ਨਾਲ ਸੁਣਿਆ ਕਰੋ। ਕੇਵਲ ਖਾਨਾ ਪੂਰਤੀ ਨਹੀਂ ਵੀ ਬਸੰਤ ਕੀ ਵਾਰ ਗਾਤੀ ਜਾਂ ਸੁਣ ਲਈ ਤੇ ਫਿਰ ਆਪਣੇ ਘਰ ਚਲੇ ਗਏ। ਇੱਕ ਇੱਕ ਅੱਖਰ ਦੇ ਵਿੱਚ 3 ਪੌੜੀਆਂ ਨੇ, ਤੇ 3 ਪੌੜੀਆਂ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੇ ਇਸ ਆਤਮਾ ਨੂੰ ਪਰਮਾਤਮਾ ਦੇ ਨਾਲ ਜੁੜਨ ਦਾ ਇੱਕ ਢੰਗ ਦੱਸਿਆ ਹੈ। ਸਾਹਿਬ ਨੇ ਕਿਰਪਾ ਕੀਤੀ, ਮਹਾਰਾਜ ਕਹਿਣ ਲੱਗੇ ਵੀ ਜਦੋਂ ਇਹ ਹਰਿਆਵਲ ਦੇ ਅੰਦਰ ਕੁਰੰਬਲਾ ਫੁੱਟਦੀਆਂ ਹੈ, ਇਸ ਹਰਿਆਵਲ ਦੇ ਅੰਦਰ ਸਾਰੀ ਬਨਸਪਤੀ ਪੁੰਗਰਨੀ ਸ਼ੁਰੂ ਹੋ ਜਾਂਦੀ ਹੈ। ਤੇ ਸਾਹਿਬ ਕਹਿੰਦੇ ਵੀ ਉਹਨੂੰ ਵੇਖ ਵੇਖ ਕੇ ਨਾ ਮੇਰੇ ਮਨ ਅੰਦਰ ਚਾਅ ਚੜਦਾ ਹੈ। ਤੇ ਸਾਹਿਬ ਕਹਿੰਦੇ ਮਨਾ ਤੂੰ ਕੀ ਕਰ? ਸਾਹਿਬ ਕਹਿੰਦੇ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਹੇ ਭਾਈ, ਹੇ ਮੇਰੇ ਮਨਾ, ਹਰੀ ਦੇ ਨਾਮ ਨੂੰ ਧਿਆ ਕੇ ਤੂੰ ਵੀ ਹਰਿਆ ਹੋ। ਕਿੰਨੇ ਜਨਮਾਂ ਦਾ ਸੁੱਕਿਆ ਪਿਆ ਹੈ, ਕਿੰਨਾ ਸਾੜਾ, ਕਿੰਨੀ ਈਰਖਾ ਦੇ ਨਾਲ ਐਨ ਪੁੱਜ ਪੁੱਜ ਕੇ ਬਿਲਕੁਲ ਤੁਸੀਂ ਕਿਤੇ ਵੇਖਿਓ
ਇੱਥੇ ਦਿੱਲੀ ਦੀ ਧਰਤੀ ਤੇ ਅਜਿਹਾ ਨਹੀਂ, ਪਰ ਪੰਜਾਬ ਤੁਸੀਂ ਜਾਓ ਨਾ ਪਿੰਡਾਂ 'ਚ, ਖਾਸ ਕਰਕੇ ਜਿਹੜੇ ਸੇਮ ਨਾਲੇ ਬਣੇ, ਜਿਹਨੂੰ ਤੁਸੀਂ ਗੰਦੇ ਨਾਲੇ ਕਹਿ ਦਿੰਦੇ ਹੋ, ਇੱਥੇ ਪਿੰਡਾਂ ਦੇ ਵਿੱਚ ਉਹਨੂੰ ਸੇਮ ਨਾਲਾ ਕਿਹਾ ਜਾਂਦਾ ਹੈ। ਉਹਦੇ ਨਾ ਗਰਮੀ ਦੇ ਦਿਨਾਂ ਦੇ ਵਿੱਚ ਜਦੋਂ ਆ ਗਰਮੀ ਆਏਗੀ ਤੇ ਉਹਦੇ ਆਸੇ-ਪਾਸੇ ਨਾ ਡੱਬ ਉਗਣੀ ਸ਼ੁਰੂ ਹੋ ਜਾਂਦੀ ਹੈ, ਹਰੇ ਰੰਗ ਦੀ, ਕਾਫੀ ਉੱਚੀ ਚਲੇ ਜਾਂਦੀ, ਉਹਨੂੰ ਡੱਬ ਕਿਹਾ ਜਾਂਦਾ ਹੈ। ਉਹਦੇ ਤੋਂ ਕਾਫੀ ਜਦੋਂ ਆ ਕਣਕਾਂ ਵੱਢੀ ਦੀਆਂ ਤੇ ਉਸ ਡੱਬ ਨੂੰ ਪਹਿਲਾਂ ਮੁੱਢ ਤੋਂ ਵੱਢ ਕੇ ਨਾ ਉਹਨੂੰ ਸੁਕਾ ਲਿਆ ਜਾਂਦਾ ਹੈ। ਸੁਕਾ ਕੇ ਫਿਰ ਉਹਦੇ ਖੱਬੜ ਵੱਟੀ ਦੇ ਨੇ, ਜਿਵੇਂ ਰੱਸਾ ਕਹਿ ਲਓ, ਰੱਸਾ ਛੋਟਾ ਹੁੰਦਾ, ਜਿਹੜੇ ਖੱਬੜ ਉਹ ਮੋਟਾ ਹੋ ਜਾਂਦਾ ਹੈ। ਉਹਨੂੰ ਵੱਟ ਕੇ ਐਨ ਚੰਗੀ ਤਰ੍ਹਾਂ ਫਿਰ ਉਹਦੇ 'ਚ ਕਣਕ ਦੀਆਂ ਭਰੀਆਂ ਬੰਨੀ ਦੀਆਂ ਨੇ। ਜਦੋਂ ਉਹ ਪਾਣੀ ਵਿੱਚ ਖੜੀ ਹੈ ਨਾ, ਜਾਂ ਕਾਨਾ ਸ਼ਬਦ ਗੁਰੂ ਗ੍ਰੰਥ ਸਾਹਿਬ ਅੰਦਰ ਬਾਬੇ ਕਬੀਰ ਸਾਹਿਬ ਨੇ ਵਰਤਿਆ ਹੈ। ਕਾਨੇ ਜਿਹੜੇ ਹੁੰਦੇ ਨੇ ਨਾ, ਕਾਨਿਆਂ ਦੀ ਛੱਤ ਤੁਸੀਂ ਵੇਖੀ ਹੋਵੇਗੀ, ਉਹਨਾਂ ਕਾਨਿਆਂ ਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਵੀ ਅਗਰ ਅੱਗ ਲੱਗ ਜਾਏ ਨਾ ਤੇ ਅੱਧੇ ਕੁ ਉਹ ਸੜਦੇ ਐ ਤੇ ਅੱਧੇ ਕੁ ਉਹ ਆਪਣਾ ਰੁੱਤ ਦੇ ਵਿੱਚ ਹੁੰਦੇ ਐ। ਇਦਾਂ ਉਹਨਾਂ ਦਾ ਸੁਨਹਿਰੀ ਕਲਰ ਹੁੰਦਾ, ਸੋਨੇ ਵਰਗਾ ਰੰਗ ਹੈ। ਸਾਹਿਬ ਕਹਿੰਦੇ ਅੱਧਾ ਕਾਨਾ ਸੜਿਆ ਹੋਏ ਤੇ ਅੱਧਾ ਉਹਦਾ ਰੰਗ ਸੋਨੇ ਵਰਗਾ ਹੋਏ, ਉਹਨੂੰ ਕੋਈ ਵੇਖਣਾ ਪਸੰਦ ਨਹੀਂ ਕਰਦਾ। ਉਹ ਕਹਿੰਦਾ ਵੀ ਅੱਧਾ ਸੜਿਆ ਹੈ, ਅੱਧਾ ਇਹਦੇ ਅੰਦਰ ਰੰਗ ਹੈ, ਇਹਦੇ ਤੋਂ ਆਪਾਂ ਕੀ ਲੈਣਾ, ਪੂਰੇ ਦਾ ਪੂਰਾ ਕਾਨਾ ਲੱਭੋ ਜੇ ਉਹਨੂੰ ਵਰਤਣਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਵੀ ਭਲਿਆ ਤੂੰ ਅੱਧਾ ਸੜਿਆ ਹੋਵੇ ਤੇ ਅੱਧਾ ਕਦੇ ਕਦੇ ਆ ਕੇ ਸੰਗਰਾਂਦ ਵਾਲੇ ਦਿਨ ਕੜਾ ਪ੍ਰਸ਼ਾਦੀ ਦੇ ਕਰਾ ਕੇ ਕਥਾ ਸੁਣ ਲਵੇ, ਕੀਰਤਨ ਸੁਣ ਲਵੇ ਤੇ ਘਰ ਚਲੇ ਜਾਏ, ਮਾਫ ਕਰਿਓ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਸਾਨੂੰ ਸਮਝਾਉਂਦੀ, ਮਹਾਰਾਜ ਕਹਿੰਦੇ ਵੀ ਅੱਧਾ ਸੜਿਆ ਨਾ ਰਹਿ ਜਾ, ਪੂਰੇ ਦਾ ਪੂਰਾ ਹਰਿਆ ਹੋ ਕੇ ਇਸ ਘਰ ਵਿੱਚੋਂ ਜਾਏ। ਇਹ ਨਾ ਹੋਵੇ ਵੀ ਆਇਆ ਇੱਕ ਦਿਨ ਮਹੀਨੇ ਦੇ ਵਿੱਚੋਂ ਇੱਕ ਦਿਨ ਮਿਥ ਲਿਆ, ਭਾਵੇਂ ਉਹ ਪੂਰਨਮਾਸੀ ਦਾ ਹੋਵੇ, ਭਾਵੇਂ ਉਹ ਮੱਸਿਆ ਦਾ ਹੋਵੇ, ਭਾਵੇਂ ਉਹ ਸੰਗਰਾਂਦ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ। ਸਾਹਿਬ ਕਹਿੰਦੇ ਵੀ ਤੇਰਾ ਦਿਨ। ਹਾਂ, ਇੱਕ ਬੇਨਤੀ ਮੈਂ ਹੋਰ ਕਰਾਂ, ਵੈਸੇ ਤੇ ਸਾਨੂੰ ਰਹਿਤ ਮਰਿਆਦਾ ਵਿੱਚੋਂ ਇਹ ਸਿੱਖ ਪੰਥ ਦਾ ਹੁਕਮ ਹੈ ਵੀ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰੇ, ਨਿਤਨੇਮ ਦਾ ਪਾਠ ਕਰੇ, ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਇੱਕ ਦਿਨ ਵਿੱਚ ਜ਼ਰੂਰ ਕਰੇ। ਕੋਈ ਟਾਈਮ ਹੋਵੇ, ਭਾਵੇਂ ਅੰਮ੍ਰਿਤ ਵੇਲੇ ਆਵੇ, ਭਾਵੇਂ ਉਹ ਦੁਪਹਿਰ ਵੇਲੇ ਆਵੇ ਤੇ ਭਾਵੇਂ ਸ਼ਾਮ ਵੇਲੇ, ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰੇ ਤੇ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸੁਣੇ। ਪਰ ਜੇਕਰ ਇਸ ਮਨ ਦੇ ਅੰਦਰ ਚਾਅ ਪੈਦਾ ਹੋ ਜਾਏ ਨਾ, ਪ੍ਰੀਤ ਪੈਦਾ ਹੋ ਜਾਏ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ, ਤੇ ਯਾਦ ਰੱਖਿਓ ਉਹ ਜਿੱਥੇ ਵੀ ਸੰਸਾਰ ਦੇ ਅੰਦਰ ਵਰਤੇਗਾ ਨਾ, ਉਹਨੂੰ ਜ਼ਰੂਰੀ ਨਹੀਂ ਵੀ ਇੱਕ ਚਾਰ ਦੀਵਾਰੀ ਦੇ ਵਿੱਚ ਆ ਕੇ ਹੀ ਉਹਦਾ ਮਨ ਅਕਾਲ ਪੁਰਖ ਨਾਲ ਜੁੜੇ। ਉਹ ਜਿੱਥੇ ਵਰਤੇਗਾ ਉਹ ਜਹ ਜਹ ਪੇਖੂ ਤਹ ਹਜ਼ੂਰ ਦੂਰ ਕਤਹੂ ਨਾ ਜਾਈ। ਜਿਹੜੇ ਪਾਸੇ ਉਹ ਵੇਖੇਗਾ ਉਹਨੂੰ ਕਰਤਾ ਪੁਰਖ ਵਾਹਿਗੁਰੂ ਪਰਮਾਤਮਾ ਨਜ਼ਰ ਆਏਗਾ। ਉਹ ਆਖੇਗਾ ਵੀ ਉਹ ਮੇਰੇ ਤੋਂ ਦੂਰ ਨਹੀਂ। ਅਸਲ ਵਿੱਚ ਸਾਨੂੰ ਬਾਣੀ ਨੇ ਵਾਰ-ਵਾਰ ਸਮਝਾਇਆ ਵੀ ਜਿਹਨੂੰ ਲੱਭਣ ਵਾਸਤੇ ਤੂੰ ਬਾਹਰ ਤੁਰਿਆ ਹੈ ਨਾ, ਤੇਰਾ ਕਰਮ ਚੰਗਾ ਹੋਏ, ਤੇਰੀ ਆਦਤ ਚੰਗੀ ਹੋਏ, ਤੇਰੀ ਫਿਤਰਤ ਚੰਗੀ ਹੋਵੇ ਤੇ ਤੇਰੇ ਅੰਦਰ ਹੀ ਉਹ ਪਰਮਾਤਮਾ ਕਰਤਾ ਪੁਰਖ ਵਾਹਿਗੁਰੂ ਵਸਦਾ ਹੈ, ਵੇਖਦਾ ਹੈ। ਤੇ ਸਾਹਿਬ ਕਹਿੰਦੇ ਵੀ ਤੈਨੂੰ ਭਾਵੇਂ ਅਸੀਂ ਇਸ ਗੱਲ ਦਾ ਬਹੁਤਾਤ ਕਰ ਲੈਨੇ ਵੀ ਕਹੇ ਬੰਦੇ ਨੂੰ ਸਫਾਈ ਦੇਣੀ ਹੋਵੇ ਨਾ, ਮੰਨੋ ਵੀ ਦੋ ਬੰਦੇ ਖੜੇ ਐ, ਉਹ ਆਖੇ ਵੀ ਤੂੰ ਆ ਗੱਲ ਕੀਤੀ, ਉਹ ਕਹਿੰਦਾ ਨਹੀਂ ਮੈਂ ਗੁਰਦੁਆਰੇ ਖੜਾ ਹੈ, ਇਦੋਂ ਵੱਧ ਕੇ ਹੋਰ ਕੀ ਵੀ ਮੈਂ ਇਹ ਨਹੀਂ ਆਖਿਆ। ਇਹਦਾ ਮਤਲਬ ਵੀ ਗੁਰਦੁਆਰੇ ਖੜਾ ਤੇ ਗੁਰਦੁਆਰੇ ਤੋਂ ਬਾਹਰ ਉਹ ਕੁਝ ਵੀ ਕਰ ਸਕਦਾ ਹੈ। ਪਰ ਜਿਹਦੇ ਕਰਮ ਬਾਣੀ ਦੇ ਮੁਤਾਬਕ ਬਣ ਗਏ, ਜਿਹੜਾ ਜੀਵਨ ਦੇ ਅੰਦਰ ਗੁਰੂ ਦੇ ਸਿੱਖਿਆ ਮੁਤਾਬਕ ਤੁਰਨਾ ਸ਼ੁਰੂ ਕਰ ਦਿੱਤਾ, ਉਹ ਗੁਰਦੁਆਰੇ ਦੇ ਵਿੱਚ ਹੋਵੇ ਤੇ ਭਾਵੇਂ ਉਹ ਗੁਰਦੁਆਰੇ ਤੋਂ ਬਾਹਰ ਹੋਵੇ, ਭਾਵੇਂ ਉਹ ਮੰਦਿਰ ਵਿੱਚ ਹੋਵੇ ਤੇ ਮੰਦਿਰ ਤੋਂ ਬਾਹਰ ਹੋਵੇ, ਭਾਵੇਂ ਉਹ ਮਸਜਿਦ ਵਿੱਚ ਹੋਵੇ ਤੇ ਭਾਵੇਂ ਉਹ ਮਸਜਿਦ ਤੋਂ ਬਾਹਰ ਹੋਵੇ, ਗੁਰੂ ਨਾਨਕ ਨੇ ਸਾਨੂੰ ਨੇਕ ਇਨਸਾਨ ਬਣਾਇਆ ਹੈ। ਗੁਰੂ ਨਾਨਕ ਦੀ ਸਿੱਖਿਆ ਇੱਕ ਨੇਕ ਇਨਸਾਨੀਅਤ ਦੀ ਸਿੱਖਿਆ ਹੈ। ਗੁਰੂ ਨਾਨਕ ਸਾਹਿਬ ਦਾਤੇ ਦਾ ਤੁਸੀਂ ਰੋਜ਼ਾਨਾ ਜਪਜੀ ਸਾਹਿਬ ਪੜ੍ਹਦੇ ਹੋ, ਇੱਕ ਫਰਮਾਨ ਹਰ ਰੋਜ਼ ਬਾਬਾ ਸਾਡੀ ਝੋਲੀ ਵਿੱਚ ਪਾਉਂਦਾ ਹੈ ਵੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ। ਉਹ ਚੇਤ ਨਹੀਂ ਨਾ ਕਿਹਾ ਵੀ ਸਿੱਖਾਂ ਦਾ ਇੱਕ ਦਾਤਾ ਜਾਂ ਹਿੰਦੂਆਂ ਦਾ ਇੱਕ ਦਾਤਾ ਜਾਂ ਮੁਸਲਮਾਨਾਂ ਦਾ ਇੱਕ ਦਾਤਾ, ਉਹ ਨਾ ਵਿਸਰ ਜਾਏ। ਸਭਨਾ ਜੀਆਂ ਦਾ, ਸਾਰੇ ਸੰਸਾਰ ਦਾ ਇੱਕੋ ਦਾਤਾ ਹੈ, ਇੱਕੋ ਕਰਤਾ ਹੈ। ਉਹ ਮੇਰੇ ਹਿਰਦੇ ਦੇ ਵਿੱਚੋਂ ਵਿਸਰ ਨਾ ਜਾਏ। ਤੇ ਵਿਸਰਨ ਦਾ ਕਾਰਨ ਇੱਕੋ ਬਣਿਆ, ਜਿਹਨੂੰ ਅੱਜ ਗੁਰੂ ਅਰਜੁਨ ਦੇਵ ਸਾਹਿਬ ਕਹਿੰਦੇ ਵੀ ਕਿਰਤ ਕਰਮ ਕੇ ਵਿਛੜੇ। ਟੁੱਟਣ ਦਾ ਕਾਰਨ ਇੱਕ ਬਣਿਆ। ਦੇਖੋ ਕੋਈ ਚੀਜ਼ ਜੁੜੀ ਰਵੇ ਨਾ, ਮੰਨੋ ਇੱਕ ਨਹਿਰ ਹੈ ਤੇ ਨਹਿਰ ਦੇ ਵਿੱਚੋਂ ਕੋਈ
ਛੋਟੇ ਜਿਹੇ ਤਲਾਬ ਦੇ ਵਿੱਚ ਪਾਣੀ ਜਾਂਦਾ ਹੈ ਜਾਂ ਆਉਂਦਾ ਹੈ, ਉੱਥੇ ਉਹ ਪਾਣੀ ਆਏ ਜਾਏ ਤੇ ਉਹ ਪਾਣੀ ਜਿਹੜਾ ਉਹ ਸਵੱਛ ਰਹਿੰਦਾ ਹੈ। ਉਹ ਚੱਲਦਾ ਪਾਣੀ, ਸਿਆਣੇ ਕਹਿੰਦੇ ਨਾ ਵੀ ਚੱਲਦਾ ਪਾਣੀ ਜਿਹੜਾ ਉਹ ਕਈ ਕੁਝ ਸਵਾਰ ਦਿੰਦਾ ਹੈ, ਪਰ ਖੜਿਆ ਹੋਇਆ ਪਾਣੀ ਬਦਬੂ ਮਾਰ ਜਾਂਦਾ ਹੈ। ਉਹਦੇ ਅੰਦਰ ਕਿਰਮ ਪੈਦਾ ਹੋ ਜਾਂਦੇ, ਕੀੜੇ ਪੈਦਾ ਹੋ ਜਾਂਦੇ। ਉਹ ਸਗੋਂ ਸਿਹਤ ਨੂੰ ਸਵਾਰਨ ਦੀ ਬਜਾਏ ਸਿਹਤ ਅੰਦਰ ਵਿਗਾੜ ਪੈਦਾ ਕਰ ਦਿੰਦਾ ਹੈ, ਸਿਹਤ ਨੂੰ ਕਮਜ਼ੋਰ ਕਰ ਦਿੰਦਾ ਹੈ। ਸਾਹਿਬ ਕਹਿੰਦੇ ਇਸ ਸੰਸਾਰ ਦੇ ਅੰਦਰ ਜੇ ਤੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਨਿਰੰਕਾਰ ਨਾਲ ਜੁੜਿਆ ਰਿਹਾ, ਮਾਨੋ ਇੱਕ ਟਾਹਣੀ ਹੈ। ਟਾਹਣੀ ਜਦੋਂ ਤੱਕ ਮੁੱਢ ਨਾਲ ਜੁੜੀ ਹੈ, ਦਰਖਤ ਨਾਲ ਜੁੜੀ ਹੈ, ਪੱਤੇ ਜਦੋਂ ਤੱਕ ਮੁੱਢ ਨਾਲ ਜੁੜੇ ਨੇ ਉਦੋਂ ਤੱਕ ਹਰੇ ਨੇ। ਜਿਸ ਵਕਤ ਫੁੱਲ ਕਿਸੇ ਟਾਹਣੀ ਨਾਲੋਂ ਟੁੱਟ ਕੇ ਧਰਤੀ ਤੇ ਡਿੱਗ ਪਿਆ ਜਾਂ ਪੱਤਾ ਆਪਣੇ ਮੂਲ ਨਾਲੋਂ ਟੁੱਟ ਕੇ ਧਰਤੀ ਤੇ ਡਿੱਗ ਪਿਆ, ਉਹ ਹੌਲੀ ਹੌਲੀ ਆਪਣੀ ਸੁੰਦਰਤਾ ਨੂੰ ਗਵਾਉਂਦਾ ਗਵਾਉਂਦਾ ਘੱਟ ਕਰਦਾ ਕਰਦਾ ਆਖਰ ਸੁੱਕ ਜਾਏਗਾ। ਤੇ ਜੇ ਕਿਸੇ ਨੇ ਉਹਦੇ ਤੇ ਪੈਰ ਰੱਖ ਦਿੱਤਾ ਤੇ ਉਹ ਮਰੋੜਿਆ ਜਾਏਗਾ, ਮਿੱਟੀ 'ਚ ਮਿਲ ਜਾਏਗਾ, ਉਹਨੂੰ ਵੇਖਣਾ ਕੋਈ ਪਸੰਦ ਨਹੀਂ ਕਰੇਗਾ। ਮਹਾਰਾਜ ਕਹਿੰਦੇ ਵੀ ਜੇ ਤੇ ਭਲਿਆ ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਿਆ ਰਿਹਾ, ਸਤਿਗੁਰੂ ਦੇ ਸ਼ਬਦ ਨਾਲ ਜੁੜਿਆ ਰਿਹਾ, ਤੇ ਤੂੰ ਅੰਦਰੋਂ ਵੀ ਹਰਿਆ ਹੋਵੇਗਾ, ਬਾਹਰੋਂ ਵੀ ਹਰਿਆ ਹੋਵੇਗਾ। ਤੇਰਾ ਬੋਲਣਾ ਸੁਣਨਾ ਸਭ ਕੁਝ ਜਿਹੜਾ ਉਹ ਸੁੰਦਰ ਹੋਏਗਾ। ਪਰ ਜਿਸ ਦਿਨ ਬਾਣੀ ਤੋਂ ਲਾਂਭੇ ਹੋ ਗਿਆ, ਬਾਣੀ ਤੋਂ ਟੁੱਟ ਗਿਆ, ਯਾਦ ਰੱਖਿਓ ਇਸ ਸਰੀਰ ਦੇ ਵਿੱਚੋਂ ਵੀ ਵਿਕਾਰ ਪੈਦਾ ਹੋਣਗੇ। ਜਿਹੜਾ ਸਤਿਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਹੁਕਮ ਵਰਤਿਆ ਹੈ ਨਾ, ਤੁਹਾਨੂੰ ਯਾਦ ਹੋਏਗਾ, ਤੁਸੀਂ ਸੁਣਿਆ ਹੈ, ਜਦੋਂ ਆਪ ਜੀ ਸ਼ਬਦ ਪੜ੍ਹਦੇ ਹੋ ਨਾ ਵੀ ਜਿਸ ਹਿਰਦੇ ਦੇ ਅੰਦਰੋਂ ਰਾਮ ਨਿਰੰਕਾਰ ਵਾਹਿਗੁਰੂ ਭੁੱਲ ਜਾਏ, ਤੇ ਸਾਹਿਬ ਨੇ ਕਿਹਾ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ। ਮਹਾਰਾਜ ਕਹਿੰਦੇ ਨਾਮ ਤੋਂ ਬਗੈਰ ਜਿਹੜਾ ਜੀਵਨ ਬਲਣਾ, ਬਲਣਾ ਤੋਂ ਭਾਵ ਹੈ ਬਤੀਤ ਹੋਣਾ, ਉਹ ਸੱਪ ਵਰਗਾ ਹੈ। ਸੱਪ ਵਰਗਾ ਕਿਉਂ ਗੁਰੂ ਅਰਜਨ ਪਾਤਸ਼ਾਹ? ਮਹਾਰਾਜ ਕਹਿੰਦੇ ਵੀ ਸੱਪ ਤੁਸੀਂ ਸਭ ਸਿਆਣੇ ਬੈਠੇ ਹੋ, ਸਿਆਣੇ ਕਹਿੰਦੇ ਵੀ ਸੱਪ ਨੂੰ ਜਿੰਨਾ ਮਰਜ਼ੀ ਤੁਸੀਂ ਆਪਣਾ ਬਣਾ ਕੇ ਪਾਲ ਲਓ, ਦੁੱਧ ਪਿਆਓ, ਜੋ ਮਰਜ਼ੀ ਕਰੋ, ਆਖਰ ਸੱਪ ਦਾ ਕੰਮ ਹੈ ਡੰਗਣਾ, ਡਸ ਮਾਰਨਾ, ਤੇ ਉਹ ਡੰਗੇਗਾ ਜ਼ਰੂਰ, ਭਾਵੇਂ ਅੱਜ ਡੰਗ ਲੈ ਤੇ ਭਾਵੇਂ ਕੱਲ। ਤੇ ਸੱਪ ਨੂੰ ਕਿੰਨਾ ਮਰਜ਼ੀ ਤੁਸੀਂ ਕਰਦੇ ਰਹੋ, ਉਹਦੇ ਅੰਦਰੋਂ ਕਦੇ ਅੰਮ੍ਰਿਤ ਨਹੀਂ ਨਿਕਲਦਾ। ਜਦੋਂ ਵੀ ਆਪਣਾ ਮੂੰਹ ਖੋਲਦਾ ਹੈ, ਉਹਦੇ ਅੰਦਰੋਂ ਵਿਸ ਵਿਓ ਜ਼ਹਿਰ ਬਾਹਰ ਆਉਂਦਾ ਹੈ। ਮਹਾਰਾਜ ਕਹਿੰਦੇ ਨਾਮ ਤੋਂ ਵਿਹੂਣਾ ਬੰਦਾ, ਰੱਬ ਤੋਂ ਟੁੱਟਿਆ ਹੋਇਆ ਬੰਦਾ, ਉਹ ਜਦੋਂ ਵੀ ਬੋਲੇਗਾ, ਸਾਹਿਬ ਕਹਿੰਦੇ ਉਹਦੇ ਅੰਦਰੋਂ ਗੰਧ ਬਾਹਰ ਆਏਗੀ, ਵਿਕਾਰ ਬਾਹਰ ਆਉਣਗੇ, ਉਹਦੇ ਅੰਦਰੋਂ ਦੁਨੀਆ ਦੇ ਪਦਾਰਥਾਂ ਦੀ ਜ਼ਹਿਰ ਬਾਹਰ ਆਏਗੀ। ਜਦੋਂ ਵੀ ਉਗਲੇਗਾ ਉਹ ਜ਼ਹਿਰ ਉਗਲੇਗਾ। ਸਾਹਿਬ ਨੇ ਇਸ ਵਾਸਤੇ ਮਹਾਰਾਜ ਕਹਿੰਦੇ ਕਿਰਤ ਕਰਮ ਕੇ ਵਿਛੜੇ। ਹੁਣ ਦੋ ਸ਼ਬਦ ਹੈ, ਇੱਕ ਕਿਰਤ ਔਰ ਦੂਸਰਾ ਕਰਮ। ਯਾਦ ਰੱਖਿਓ ਤੁਹਾਡੀ ਕਿਰਤ ਇਸ ਸੰਸਾਰ ਦੇ ਅੰਦਰ ਤੁਹਾਡੇ ਕਰਮ ਪੈਦਾ ਕਰੇਗੀ। ਜੇ ਤੁਹਾਡੀ ਕਿਰਤ, ਮਨੋਂ ਮਾਫ ਕਰਿਓ, ਇੱਕ ਭਾਈ ਗੁਰਦਾਸ ਸਾਹਿਬ ਦਾ ਨਾ ਮੈਂ ਇੱਕ ਸ਼ਬਦ ਕਵਿਤ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਹੈ। ਹਰ ਬੰਦਾ ਆਪੋ ਆਪ ਨੂੰ ਸਿਆਣਾ ਮੰਨਦਾ। ਉਹ ਕਹਿੰਦਾ ਵੀ ਮੇਰੇ ਤੋਂ ਵੱਧ ਦੁਨੀਆ 'ਚ ਸਿਆਣਾ ਕੋਈ ਹੈ ਨਹੀਂ, ਜਿੰਨੀ ਅਕਲ ਮੈਨੂੰ ਹੈ ਉਨੀ ਕਿਸੇ ਨੂੰ ਨਹੀਂ ਹੋ ਸਕਦੀ। ਇੱਕ ਪਰਿਵਾਰ ਦੇ ਵਿੱਚ ਹੋਵੇ ਨਾ, ਪਰਿਵਾਰ ਦੇ ਵਿੱਚ ਉਹ ਕਹਿੰਦੇ ਵੀ ਜਿੰਨਾ ਸਿਆਣਾ ਮੈਂ ਹਾਂ, ਜਿੰਨਾ ਚੰਗਾ ਮੈਂ, ਜਿੰਨਾ ਮੈਂ ਆਪਣੇ ਪਰਿਵਾਰ ਦਾ ਭਲਾ ਸੋਚਦਾ ਹੈ, ਤੁਹਾਨੂੰ ਤੇ ਅਕਲ ਹੀ ਨਹੀਂ, ਤੁਹਾਨੂੰ ਤੇ ਪਤਾ ਹੀ ਨਹੀਂ ਵੀ ਕਿੱਥੋਂ ਲਿਆਉਣਾ ਹੈ, ਕਿੱਥੋਂ ਦੇਣਾ, ਕੀ ਕਰਨਾ, ਕੀ ਨਹੀਂ ਕਰਨਾ। ਭਾਈ ਗੁਰਦਾਸ ਸਾਹਿਬ ਕਹਿੰਦੇ ਹਰ ਬੰਦੇ ਨੂੰ ਆਪਣੀ ਨੇਕੀ ਆਪ ਚੰਗੀ ਲੱਗਦੀ ਹੈ। ਸਭ ਤੋਂ ਪਹਿਲੀ ਉਦਾਹਰਨ ਉਹ ਕਹਿੰਦੇ ਵੀ ਆਪਣੋ ਸਵਨ ਸਭ ਕਾਹੂ ਹੈ ਸੁੰਦਰ ਲੱਗੈ। ਸਵਨ ਕਹਿੰਦੇ ਨੇ ਆਪਣੀ ਔਲਾਦ ਨੂੰ। ਭਾਈ ਸਾਹਿਬ ਕਹਿੰਦੇ ਵੀ ਆਪਣੀ ਔਲਾਦ ਹੋਵੇ ਨਾ, ਆਪਣੇ ਧੀ ਪੁੱਤ ਹੋਣ, ਤੇ ਉਹ ਸਭ ਨੂੰ ਚੰਗਾ ਲੱਗਦਾ ਹੈ। ਆਪਣੋ ਸਵਨ ਸਭ ਕਾਹੂ ਹੈ ਸੁੰਦਰ ਲੱਗੈ। ਪਰ ਅਸਲ ਗੱਲ, ਤੱਤ ਦੀ ਗੱਲ ਹੈ, ਸਫਲ ਸੁੰਦਰਤਾ ਸੰਸਾਰ ਮੈਂ ਸਰਾਈ ਹੈ। ਉਹ ਕਹਿੰਦੇ ਵੀ ਜਿਹੜੀ ਸਫਲ ਸੁੰਦਰਤਾ ਹੈ ਨਾ, ਦੁਨੀਆ ਦੇ ਲੋਕ ਖੜੇ ਹੋ ਕੇ ਕਹਿਣ ਵੀ ਫਲਾਣੇ ਦੀ ਧੀ ਜਾਂ ਫਲਾਣੇ ਦਾ ਪੁੱਤ ਬੜਾ ਸਿਆਣਾ ਹੈ, ਬੜਾ ਦਾਨਾ ਹੈ, ਬੜਾ ਦਾਨਸ਼ਵੰਦ ਹੈ, ਬੜੇ ਉਹ ਲਤੀਫ ਬੋਲਦਾ ਹੈ, ਬੜੇ ਸੁੰਦਰ ਬਚਨ ਬੋਲਦਾ ਹੈ। ਨਹੀਂ ਤੇ ਆਪਣਾ ਤੇ ਜਿਵੇਂ ਦਾ ਮਰਜ਼ੀ ਉਹ ਕਹਿੰਦੇ ਵੀ ਨਹੀਂ ਮੇਰਾ ਪੁੱਤ ਜਾਂ ਮੇਰੀ ਧੀ ਬੜੀ ਸਿਆਣੀ, ਬੜਾ ਸਿਆਣਾ ਹੈ। ਪਰ ਦੁਨੀਆ ਦੇ ਲੋਕ ਸਲਾਹੁਤਾ ਕਰਨ, ਫਿਰ ਵੱਖਰਾ ਆਨੰਦ ਹੈ। ਆਪਣੇ ਕਰਮ ਕੁਲਾ ਧਰਮ ਕਰਤ ਸਭੈ ਉੱਤਮ ਕਰਮ ਲੋਕ ਬੇਦ ਅਵਗਾਈਐ। ਮੈਂ ਕੋਈ ਕੰਮ ਕਰਦਾ ਹਾਂ ਤੇ ਮੈਂ ਕਦੇ ਵੀ, ਭਾਵੇਂ ਉਹ 2 ਨੰਬਰ ਦਾ ਕੰਮ ਹੋਵੇ, ਮਾੜਾ ਕੰਮ ਹੋਵੇ, ਗੁਨਾਹਾਂ ਦਾ ਕੰਮ ਹੋਵੇ, ਮੈਂ ਕਦੇ ਨਹੀਂ ਕਹਾਂਗਾ ਵੀ ਮੇਰੇ ਕੰਮ ਦੇ ਅੰਦਰ ਠੱਗੀ ਹੈ।
ਮੇਰੇ ਕੰਮ ਦੇ ਅੰਦਰ ਜਿਹੜੀ ਉਹ ਮਾੜਾ ਹੈ, ਮੈਂ ਜਿਹੜਾ 2 ਨੰਬਰ ਦਾ ਕੰਮ ਲਿਆਉਂਦਾ ਕੁਝ ਹਾਂ, ਵੇਚਦਾ ਕੁਝ ਹਾਂ, ਬੋਲਦਾ ਕੁਝ ਹਾਂ, ਦੱਸਦਾ ਕੁਝ ਹਾਂ, ਐਸੇ ਕੰਮ ਭਾਈ ਸਾਹਿਬ ਕਹਿੰਦੇ ਵੀ ਆਪਣੇ ਕਰਮ ਕੁਲਾ ਧਰਮ ਕਰਤ ਸਭੈ, ਆਪਣਾ ਕਰਮ ਮੈਨੂੰ ਬੜਾ ਚੰਗਾ ਲੱਗਦਾ ਹੈ, ਆਪਣਾ ਕੰਮ ਮੈਨੂੰ ਬੜਾ ਸ਼ੋਭਦਾ ਹੈ, ਚੰਗਾ ਲੱਗਦਾ ਹੈ। ਪਰ ਕਹਿੰਦੇ ਵੀ ਜਦੋਂ ਦੁਨੀਆ ਦੇ ਲੋਕ ਕਹਿਣ ਨਾ, ਕੋਈ ਬੰਦਾ ਕਵੇ ਵੀ ਫਲਾਣਾ ਬੰਦਾ ਤੇ 2 ਨੰਬਰ ਦਾ ਕੰਮ, ਤੇ 2 ਜਣੇ ਕਹਿਣ ਵੀ ਨਹੀਂ ਤੂੰ ਗਲਤ ਹੈ, ਉਹ ਬੰਦਾ 10 ਨੋਹਾਂ ਦੀ ਕਿਰਤ ਕਰਕੇ ਖਾਣ ਵਾਲਾ ਬੰਦਾ ਹੈ। ਉਸ ਬੰਦੇ ਦੇ ਕੰਮ ਦੇ ਅੰਦਰ ਨੇਕੀ ਝਲਕਾ ਮਾਰਦੀ, ਉਸ ਬੰਦੇ ਦੇ ਕੰਮ ਦੇ ਅੰਦਰ ਬਿਲਕੁਲ ਸਾਫ ਸਫਾਈ, ਉਹ ਕਦੇ ਵੀ 2 ਨੰਬਰ ਦਾ ਕੰਮ ਨਹੀਂ। ਭਾਈ ਸਾਹਿਬ ਕਹਿੰਦੇ ਫਿਰ ਇਸ ਕਿਰਤ ਨੂੰ ਕਰਨ ਦਾ ਤੇ ਕਰਮ ਨੂੰ ਕਰਨ ਦਾ ਆਨੰਦ ਵੱਖਰਾ ਹੈ। ਪਰ ਜੇ ਕੋਈ ਬੰਦਾ ਧਰਮ ਦੇ ਨਾਮ ਤੇ ਭਾਈ ਸਾਹਿਬ ਕਹਿਣ ਵੀ ਇਹ ਧਰਮ ਦਾ ਅਡੰਬਰ ਤੇ ਅਸੀਂ ਅੱਜ ਵੇਖਣ ਹੀ ਦਏ ਆ ਨਾ, ਕੋਈ ਕਹਿੰਦਾ ਵੀ ਮੇਰੇ ਕੋਲ ਆਓ ਮੈਂ ਤੁਹਾਨੂੰ ਰੱਬ ਮਿਲਾਵਾਂਗਾ, ਕੋਈ ਕਹਿੰਦਾ ਮੇਰੇ ਕੋਲ ਆਓ, ਕਿਸੇ ਦੇ ਘਰ ਵਿੱਚ ਧੀ ਜਾਂ ਪੁੱਤ ਨਹੀਂ ਪੈਦਾ ਹੋ ਰਿਹਾ ਤੇ ਉਹ ਕਹਿੰਦਾ ਵੀ ਮੈਂ ਤੁਹਾਨੂੰ ਕੋਈ ਸੇਬ ਦਵਾਂਗਾ ਜਾਂ ਤੁਹਾਨੂੰ ਕੋਈ ਹੋਰ ਫਰੂਟ ਦਵਾਂਗਾ ਤੇ ਫਿਰ ਜਿਹੜਾ ਉਹ ਤੁਹਾਡੇ ਘਰ ਵਿੱਚ ਔਲਾਦ ਪੈਦਾ ਹੋਵੇਗੀ। ਭਾਈ ਸਾਹਿਬ ਕਹਿੰਦੇ ਇਹ ਤੇ ਐਸੀਆਂ ਹੱਡੀਆਂ ਨੇ। ਇੱਕ ਬਚਨ ਮੈਂ ਹੋਰ ਕਰਦਿਆਂ, ਕਿਉਂਕਿ ਮੇਰਾ ਸੁਭਾਅ ਹੈ ਵੀ ਜਿਹੜੀ ਗੱਲ ਆਉਂਦੀ ਉਹ ਸੰਗਤ ਦੇ ਸਾਹਮਣੇ ਛੋਟੀ ਤੋਂ ਛੋਟੀ ਗੱਲ ਨੂੰ ਵੀ ਚੰਗੀ ਤਰ੍ਹਾਂ ਮੈਂ ਜਿਹੜਾ ਉਹ ਸਪਸ਼ਟ ਕਰ ਸਕਾਂ। ਦੁਨੀਆ ਦੀ ਹੱਡੀਆਂ ਨੇ ਨਾ, ਦੁਨੀਆ ਦੀ ਇਸ ਦਰ ਨੂੰ ਛੱਡ ਕੇ, ਇਸ ਹੱਟ ਨੂੰ ਛੱਡ ਕੇ ਕਿਸੇ ਵੀ ਹੱਟੀ ਤੇ ਚਲੇ ਜਾਓ, ਉਹ ਦੁਕਾਨਦਾਰ ਦਾ ਕੰਮ ਹੈ ਤੁਹਾਨੂੰ ਠੱਗਣਾ, ਔਰ ਤੁਸੀਂ ਖੂਬ ਲਟਾਉਂਦੇ ਵੀ ਹੋ। ਭਾਵੇਂ ਉਹ ਕੋਈ ਰਾਧਾ ਸਵਾਮੀ ਹੋਵੇ ਤੇ ਭਾਵੇਂ ਕੋਈ ਨਿਰੰਕਾਰੀਆ ਹੋਵੇ ਤੇ ਭਾਵੇਂ ਕੋਈ ਹੋਰ ਦੂਜਾ ਤੀਜਾ ਕੋਈ ਹੋਵੇ, ਉਹਦਾ ਕੰਮ ਹੈ ਲੁੱਟ ਲੈਣਾ। ਔਰ ਸਾਡੇ ਬਹੁਤਾਤ ਗਿਣਤੀ ਦੇ ਵਿੱਚ ਜਾ ਜਾ ਕੇ ਲਟਾਉਣ ਵਾਲੇ ਬੈਠੇ ਐ। ਔਰ ਯਾਦ ਰੱਖਿਓ, ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਸਿੱਖ ਪੰਥ ਦੀ ਰਹਿਤ ਮਰਿਆਦਾ ਨੇ ਸਾਨੂੰ ਇਸ ਗੱਲ ਤੋਂ ਦੂਰ ਕੀਤਾ ਹੈ ਵੀ ਸਿੱਖ ਰਾਮ ਰਾਈਆ, ਭਾਵੇਂ ਉਹ ਧੀਰ ਮੱਲੀਆ, ਭਾਵੇਂ ਉਹ ਕੋਈ ਰਾਧਾ ਸਵਾਮੀ ਤੇ ਭਾਵੇਂ ਕੋਈ ਨਿਰੰਕਾਰੀ ਤੇ ਭਾਵੇਂ ਕੁੜੀ ਮਾਰ ਨੜੀ ਮਾਰ, ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਕੋਈ ਨਹੀਂ ਕਰਨੀ। ਰਹਿਤ ਮਰਿਆਦਾ ਪੜ੍ਹਿਓ। ਭਾਈ ਗੁਰਦਾਸ ਸਾਹਿਬ ਕਹਿੰਦੇ ਆਣ ਹਾਟ ਕੇ ਹਟੂਆ ਲੇਤ ਹੈ ਘਟਾਏ ਮੋਲ ਹੈ। ਬਚਨ ਧਿਆਨ ਨਾਲ ਸੁਣਿਓ, ਖਾਸ ਕਰਕੇ ਬੀਬੀਆਂ ਭੈਣਾਂ ਨੂੰ ਮੇਰੀ ਬੇਨਤੀ ਹੈ ਵੀ ਤੁਸੀਂ ਕਥਾ ਸੁਣ ਆਏ ਹੋ ਤੇ ਕਥਾ ਸੁਣੋ। ਗੱਲਾਂ ਤੁਸੀਂ ਗੁਰਦੁਆਰੇ ਤੋਂ ਬਾਹਰ ਵੀ ਕਰਨੀਆਂ ਤੇ ਇੱਥੋਂ ਜਾ ਕੇ ਬਾਹਰ ਵੀ ਕਰਦੇ ਰਹੋ, ਮਨਾ ਕੋਈ ਨਹੀਂ, ਪਰ ਤੁਸੀਂ ਕਥਾ ਸੁਣ ਆਏ ਹੋ। ਅਗਰ ਨਹੀਂ ਤੁਹਾਡਾ ਮਨ ਟੇਕਦਾ ਤੁਸੀਂ ਬਾਹਰ ਜਾ ਸਕਦੇ ਹੋ, ਮੇਰੀ ਇਕਾਗਰਤਾ ਭੰਗ ਨਾ ਕਰੋ। ਭਾਈ ਸਾਹਿਬ ਕਹਿੰਦੇ ਵੀ ਆਣ ਹਾਟ ਕੇ ਹਟੂਆ ਲੇਤ ਹੈ ਘਟਾਏ ਮੋਲ। ਆਣ ਹਾਟ ਤੇ ਕੋਈ ਚਲਾ ਜਾਏ, ਅਨਹੱਟੀ ਤੇ ਕੋਈ ਚਲਾ ਜਾਏ, ਇਸ ਘਰ ਨੂੰ ਛੱਡ ਕੇ ਕੋਈ ਦੂਜੇ ਘਰ ਚਲਾ ਜਾਏ, ਤੇ ਭਾਈ ਸਾਹਿਬ ਕਹਿੰਦੇ ਵੀ ਆਣ ਹਾਟ ਕੇ ਹਟੂਆ ਲੇਤ ਹੈ ਘਟਾਏ ਮੋਲ। ਕੋਈ ਵਸਤੂ ਲੈਣੀ ਹੋਵੇ ਤੇ ਉਹਨੂੰ ਘਟਾ ਲੈਂਦੇ ਨੇ। ਮੰਨੋ ਕੋਈ ਬੰਦਾ ਆਪਣੀ ਚੀਜ਼ ਵੇਚਣ ਗਿਆ ਹੈ ਨਾ, ਤੇ ਦੁਕਾਨਦਾਰ ਨੂੰ ਸਾਹਮਣੇ ਰੱਖੀ ਵੀ 100 ਰੁਪਏ ਦੀ ਚੀਜ਼ ਹੈ, ਉਹ ਕਹਿੰਦਾ ਵੀ ਮੈਂ ਤੇ 50 ਦੀ ਲੈਣੀ ਹੈ, ਵੇਚਣੀ ਨਾ ਵੇਚਣੀ ਤੇਰੀ ਮਰਜ਼ੀ ਹੈ। ਜੇ 50 ਰੁਪਏ ਲੈਣਾ ਚਾਹੁੰਦਾ ਤੇ ਆ ਫੜ 50 ਰੁਪਏ ਚੀਜ਼ ਰੱਖ ਜਾ, ਜੇ ਨਹੀਂ ਤੇ ਕਿਸੇ ਹੋਰ ਦੁਕਾਨ ਤੇ ਚਲੇ ਜਾ। ਹੁਣ ਮਜਬੂਰੀ 'ਚ ਬੰਦਾ ਆਖਦਾ ਵੀ ਮੈਨੂੰ ਲੋੜ ਹੈ 100 ਰੁਪਏ ਵਾਲੀ ਚੀਜ਼ ਜਿਹੜੀ ਉਹ 50 'ਚ ਵੇਚ ਕੇ ਘਰ ਆਉਂਦਾ ਹੈ। ਭਾਈ ਸਾਹਿਬ ਕਹਿੰਦੇ ਆਣ ਹਾਟ ਕੇ ਹਟੂਆ ਲੇਤ ਹੈ ਘਟਾਏ ਮੋਲ, ਦੇਤ ਹੈ ਚੜਾਏ। ਡਹਕੱਤ ਜੋਈ ਆਵੇ ਜੀ, ਡਹਕੱਤ ਕਹਿੰਦੇ ਨੇ ਲੋੜਵੰਦ ਬੰਦਾ। ਕਹਿੰਦੇ ਵੀ ਜਦੋਂ ਉਸੇ ਦੁਕਾਨਦਾਰ ਤੋਂ ਉਹੀ ਚੀਜ਼ ਵਾਪਸ ਲੈਣ ਵਾਸਤੇ ਜਾਈਏ ਤੇ ਉਹ ਆਖਦਾ ਵੀ ਇਹ ਲਈ ਭਾਵੇਂ ਉਹਨੇ 50 'ਚ ਹੈ, ਪਰ ਕਹਿੰਦਾ ਵੀ 110 ਰੁਪਏ ਲੈਣੇ ਆ, ਜੇ ਖਰੀਦਣੀ ਤੇਰੀ ਮਰਜ਼ੀ, ਨਹੀਂ ਖਰੀਦਣੀ ਤੇ ਦੁਕਾਨ ਤੋਂ ਬਾਹਰ ਹੋ ਜਾ। 100 ਰੁਪਏ ਦੀ ਚੀਜ਼ 50 ਵਿੱਚ ਲਈ ਤੇ 50 ਵਿੱਚ ਲੈ ਕੇ ਉਸੇ ਚੀਜ਼ ਨੂੰ 110 ਵਿੱਚ ਵੇਚਣਾ, ਇਹ ਗੁਰੂ ਦੇ ਘਰ ਦੀ, ਇਹ ਭਾਈ ਸਾਹਿਬ ਨੇ, ਇਹ ਮੈਂ ਇੱਕ ਸਮਝਾਉਣ ਵਾਸਤੇ ਉਦਾਹਰਨ ਵਰਤ ਰਿਹਾ ਹੈ। ਭਾਈ ਸਾਹਿਬ ਕਹਿੰਦੇ ਗੁਰੂ ਦਾ ਦਰ ਹੈ, ਇਹਨੂੰ ਛੱਡ ਕੇ ਬੰਦਾ ਚਲੇ ਜਾਏ ਦੂਸਰੇ ਘਰ, ਉਹ ਆਖਦੇ ਵੀ ਤੇਰੇ ਵਾਸਤੇ ਆ ਕੁਝ ਹੈ, ਤੇਰੇ ਗ੍ਰਹਿ, ਤੇਰੇ ਨਛੱਤਰ, ਤੇਰੇ ਤੇ ਸ਼ਨੀ ਭਾਰੂ ਹੈ, ਤੇਰੇ ਤੇ ਆ ਭਾਰੂ ਹੈ। ਇਹ ਕਿਰਤ ਕਰਮ ਕੇ ਵਿਛੜੇ ਦੀ ਮੈਂ ਗੱਲ ਕਰ ਰਿਹਾ। ਤੁਹਾਡੀ ਕਿਰਤ ਤੁਹਾਡੇ ਕਰਮ ਤੇ ਪ੍ਰਭਾਵਿਤ ਕਿਵੇਂ ਹੁੰਦੀ ਹੈ? ਉਹ ਕਹਿੰਦਾ ਵੀ ਆ ਕੁਝ ਕਰਨਾ ਪੈਣਾ ਹੈ, ਇਹਦੇ ਵਾਸਤੇ ਇੰਨਾ ਖਰਚ ਹੋਵੇਗਾ, ਇੰਨਾ ਕੁਝ ਕਰਨਾ ਪਵੇਗਾ, ਚਲੀਆ ਤੈਨੂੰ ਸੁਖਣਾ ਪਵੇਗਾ, 40 ਦਿਨ ਗੁਰਦੁਆਰੇ ਜਾਣਾ ਪਵੇਗਾ, ਅਖੰਡ ਪਾਠ, ਸਹਿਜ ਪਾਠ, ਆ ਸੇਵਾ, ਆ ਕੁਝ ਕਰਨਾ ਪਏਗਾ। ਭਾਈ ਸਾਹਿਬ ਕਹਿੰਦੇ ਵੀ ਖੂਬ ਲੁੱਟਦੇ ਆ। ਡਹਕੱਤ ਜੋਈ ਆਵੇ ਜੀ, ਜਿਹੜਾ ਆਉਂਦਾ ਉਹਨੂੰ ਹੜੱਪੀ ਜਾਂਦੇ ਨੇ, ਉਹਦੇ ਤੋਂ ਲੁੱਟੀ ਜਾ ਰਹੇ ਨੇ। ਦੂਜੀ ਗੱਲ, ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ
ਐਸੇ ਬੰਦਿਆਂ ਦੇ ਨਾਲ ਵਪਾਰ ਕੀਤਿਆਂ, ਵਣਜ ਕੀਤਿਆਂ ਭਾਈ ਸਾਹਿਬ ਕਹਿੰਦੇ ਕੋਈ ਘਾਟਾ ਤੇ ਨਹੀਂ, ਵਾਧਾ ਤੇ ਨਹੀਂ ਨਾ ਪ੍ਰਾਪਤ, ਮੁਨਾਫਾ ਤੇ ਨਹੀਂ, ਘਾਟਾ ਹੀ ਪਿਆ ਹੈ ਨਾ। ਤਿੰਨ ਸੈ ਬਣਜ ਕੀਐ ਬੜਤਾ ਨਾ ਪਾਵੈ ਕੋਊ। ਬੜਤਾ ਕਹਿੰਦੇ ਨੇ ਲਾਭ ਪ੍ਰਾਪਤ ਕਰਨਾ, ਬੈਨੀਫਿਟ ਜਿਹਨੂੰ ਤੁਸੀਂ ਕਹਿੰਦੇ ਹੋ। ਐਸੇ ਬੰਦਿਆਂ ਦੇ ਨਾਲ ਵਪਾਰ ਕੀਤਿਆਂ ਕੋਈ ਵਾਧਾ ਨਹੀਂ ਪ੍ਰਾਪਤ ਹੁੰਦਾ। ਟੋਟਾ ਕੋ ਬਣਜ ਪੇਖ ਪੇਖ ਪਛਤਾਵੈ ਜੀ। ਤੇ ਜਦੋਂ ਕੋਈ ਬੰਦਾ ਆਖਦਾ ਨਾ ਵੀ ਮੇਰੀ ਵਸਤੂ ਤੇ 50 ਰੁਪਈਆਂ 'ਚ ਰੱਖੀ, ਤੇ ਦੱਸਣ ਵਾਲਾ ਕਹਿੰਦਾ ਵੀ ਇਹੀ ਚੀਜ਼ ਮੈਂ 110 ਦੀ ਲੈ ਕੇ ਆਇਆ, ਤੇ ਬੰਦਾ ਮੱਥੇ ਤੇ ਹੱਥ ਮਾਰਦਾ ਵੀ ਮੈਂ ਤੇ ਲੁੱਟਿਆ ਗਿਆ, ਮੈਂ ਤੇ ਬੜਾ ਘਾਟੇ ਵਿੱਚ ਚਲਾ ਗਿਆ। ਭਾਈ ਸਾਹਿਬ ਕਹਿੰਦੇ ਜਿਹੜਾ ਟੋਟਾ ਬਣਜ ਹੈ ਉਹਨੂੰ ਵੇਖ ਵੇਖ ਕੇ ਬੰਦਾ ਪਛਤਾਉਂਦਾ ਹੈ। ਤੇ ਤੀਜੀ ਗੱਲ ਵਿੱਚ ਭਾਈ ਸਾਹਿਬ ਕਹਿੰਦੇ ਕਾਠ ਕੀ ਹੈ ਏਕੈ ਬਾਰ ਬੋਹਰਿਓ ਨਾ ਜਾਏ ਕੋਈ। ਉਹ ਕਹਿੰਦੇ ਵੀ ਇਹ ਤੇ ਕਾਠ ਦੀ ਲੱਕੜੀ ਵਾਂਗ ਹੈ, ਕਾਠ ਦੀ ਇੱਕ ਹਾਂਡੀ ਵਾਂਗ ਹੈ। ਇੱਕ ਵਾਰ ਕਾਠ ਦੀ ਹਾਂਡੀ ਚੁੱਲ੍ਹੇ ਤੇ ਚੜਾਈ ਤੇ ਇੱਕ ਵਾਰ ਲੱਕੜ ਦੀ ਹਾਂਡੀ ਵਿੱਚ ਇੱਕੋ ਵਾਰ ਖਾਣਾ ਬਣੇਗਾ, ਬਾਅਦ ਵਿੱਚ ਤੇ ਉਹਦੇ ਕੋਲੇ ਕੰਮ ਆਉਣੇ ਨੇ, ਦੁਬਾਰਾ ਵਰਤੀ ਨਹੀਂ ਜਾਂਦੀ। ਭਾਈ ਸਾਹਿਬ ਕਹਿੰਦੇ ਵੀ ਗੁਰੂ ਸਾਹਿਬ ਦੇ ਵਿੱਚ ਵੀ ਇਹੋ ਜਿਹਾ ਕੁਝ ਹੈ ਵੀ ਗੁਰੂ ਵੀ ਇਦਾਂ ਕਰਦਾ ਹੈ? ਕਹਿੰਦੇ ਨਹੀਂ, ਗੁਰੂ ਦਾ ਸੁਭਾਅ ਬਿਲਕੁਲ ਵੱਖਰਾ ਹੈ। ਇੱਥੇ ਭਾਈ ਸਾਹਿਬ ਕਹਿ ਲੱਗੇ ਸਤਿਗੁਰ ਸ਼ਾਹ ਗੁਣ ਵੇਚ ਅਵਗੁਣ ਲੇਤ। ਇੱਕੋ ਇੱਕ ਐਸਾ ਘਰ ਹੈ ਜਿਹੜਾ ਗੁਰੂ ਸ਼ਾਹ ਇਹ ਗੁਣ ਵੇਚਦਾ ਹੈ ਤੇ ਗੁਣਾ ਦੀ ਬਜਾਏ ਲੈਂਦਾ ਕੀ ਹੈ? ਅਵਗੁਣ। ਅਵਗੁਣ ਇੱਥੇ ਤੁਸੀਂ ਬਾਬੇ ਨਾਨਕ ਦੀ ਬਾਣੀ ਪੜ੍ਹਦੇ ਹੋ, ਮਹਾਰਾਜ ਕਹਿੰਦੇ ਦੁੱਖ ਪਾਰ ਹਾਰ ਸੁੱਖ ਘਰ ਲੈ ਜਾਏ। ਆ ਮਹਾਰਾਜ ਕਹਿੰਦੇ ਵੀ ਦੁੱਖ ਇੱਥੇ ਰੱਖ ਜਾ, ਦੁੱਖ ਮੇਰੇ ਕੋਲ ਰੱਖ ਜਾ, ਇੱਥੋਂ ਸੁੱਖ ਲੈ ਜਾ। ਭਾਈ ਸਾਹਿਬ ਕਹਿੰਦੇ ਗੁਰੂ ਦਾ ਸੁਭਾਅ ਐਸਾ ਬਣ ਗਿਆ, ਸਤਿਗੁਰ ਸ਼ਾਹ ਗੁਣ ਜੇਤ ਗੁਰੂ ਇਸ ਸੰਸਾਰ ਦੇ ਅੰਦਰ ਗੁਣ ਦਿੰਦਾ ਹੈ ਤੇ ਗੁਣਾ ਦੀ ਬਜਾਏ ਉਹਦੇ ਤੋਂ ਅਵਗੁਣ ਲੈ ਕੇ ਇਹ ਸੰਸਾਰ ਅੰਦਰ ਉਹਨੂੰ ਸੁਜਸ ਬਖਸ਼ਦਾ ਹੈ। ਪਰ ਜਦੋਂ ਅਸੀਂ ਆਪਣਾ ਆਪ ਗੁਰੂ ਗ੍ਰੰਥ ਸਾਹਿਬ ਦਾਤੇ ਦੇ ਲੇਖੇ ਲਾ ਦਿੱਤਾ, ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ, ਜਦੋਂ ਸਾਡੀ ਕਿਰਤ ਤੇ ਸਾਡਾ ਕਰਮ ਬਿਲਕੁਲ ਇੱਕੋ ਜਿਹਾ ਉਹਨਾਂ ਦਾ ਮੇਲ ਬੈਠ ਗਿਆ, ਉਸ ਦਿਨ ਸਾਡੀ ਜ਼ਿੰਦਗੀ ਜਿਹੜੀ ਉਹ ਸਵਰਨੀ ਸ਼ੁਰੂ ਹੋ ਜਾਏਗੀ। ਆਪਣੇ ਆਪ ਅਸੀਂ ਆਪਣੇ ਆਪ ਫਿਰ ਜਿਹੜਾ ਹੁਣੇ ਸ਼ਬਦ ਪੜ੍ਹ ਰਿਹਾ ਸੀ ਨਾ, ਬੱਚਾ ਸ਼ਬਦ ਪੜ੍ਹ ਰਿਹਾ ਸੀ ਵੀ ਜਦੋਂ ਮੈਂ ਸਤਿਗੁਰੂ ਦੀ ਸੰਗਤ ਵਿੱਚ ਆਉਣਾ ਹੈ, ਇੱਥੇ ਆਉਂਦਿਆਂ ਸਾਰ ਅੰਦਰੋਂ ਪ੍ਰਵੇਸ਼ ਕਰਦਿਆਂ ਸਾਰ ਮੇਰੇ ਵਾਸਤੇ ਸਾਰੇ ਇੱਕੋ ਨੇ। ਇਹ ਨਾ ਹੋਵੇ ਵੀ ਜਦੋਂ ਮੈਂ ਮੱਥਾ ਟੇਕ ਕੇ ਸੰਗਤ ਵੱਲ ਵੇਖਿਆ ਤੇ ਵੇਖਦਿਆਂ ਸਾਰ ਮੇਰੇ ਮਨ ਅੰਦਰ ਖਿਆਲ ਆਇਆ ਵੀ ਇਹ ਇੱਥੇ ਕੀ ਲੈਣ ਆਇਆ, ਇਹਨੇ ਆਉਣਾ ਸੀ ਤੇ ਮੈਂ ਨਹੀਂ ਸੀ ਆਉਣਾ, ਮੇਰੇ ਹੁੰਦਿਆਂ ਇਹ ਇੱਥੇ ਕਿਉਂ? ਐਸੀ ਫਿਤਰਤ ਉਹਦੇ ਅੰਦਰੋਂ ਖਤਮ ਹੋ ਜਾਏ। ਇੱਥੇ ਮਹਾਰਾਜ ਦੀ ਬਾਣੀ ਕਹਿੰਦੀ ਵੀ ਜਦੋਂ ਮੈਂ ਸੰਗਤ ਪ੍ਰਾਪਤ ਕਰ ਲਈ ਨਾ, ਫਿਰ ਮੇਰੇ ਵਾਸਤੇ ਕੋਈ ਬਗਾਨਾ ਨਹੀਂ, ਕੋਈ ਵੈਰੀ ਨਹੀਂ, ਸਾਰੇ ਮੇਰੇ ਆਪਣੇ ਨੇ। ਐਸਾ ਜੀਵਨ ਮੇਰੇ ਅਕਾਲ ਪੁਰਖ ਦੀ ਬਾਣੀ ਨੇ ਘਾੜਤ ਕਰ ਦਿੱਤੀ। ਸਾਹਿਬ ਕਹਿੰਦੇ ਜਦੋਂ ਗੁਰੂ ਦੀ ਸੰਗਤ ਪ੍ਰਾਪਤ ਕਰ ਲਈ, ਜਦੋਂ ਮੇਰਾ ਕਿਰਤ ਤੇ ਮੇਰੇ ਕਰਮ ਇੱਕ ਹੋ ਗਏ, ਫਿਰ ਪਾਤਸ਼ਾਹ ਕਹਿੰਦੇ ਵੀ ਜਿਹੜਾ ਇਹ ਦੂਰੀ ਸੀ, ਜਿਹੜਾ ਇਹ ਵਿਛੋੜਾ ਸੀ, ਉਹ ਖਤਮ ਹੋ ਗਿਆ। ਸਾਹਿਬ ਕਹਿੰਦੇ ਕਿਰਤ ਕਰਮ ਕੇ ਵਿਛੜੇ, ਹੇ ਸਤਿਗੁਰੂ, ਹੇ ਪਰਮਾਤਮਾ, ਮੈਂ ਆਪਣੀ ਕਿਰਤ ਕਰਕੇ, ਆਪਣੇ ਕਰਮਾਂ ਕਰਕੇ ਤੇਰੇ ਤੋਂ ਵਿਛੜਿਆ ਹਾਂ, ਤੇਰੇ ਤੋਂ ਟੁੱਟਾ ਹੋਇਆ, ਤੇਰੇ ਤੋਂ ਲਾਂਭੇ ਹਾਂ। ਪਰ ਫਿਰ ਅਰਦਾਸ ਕੀਤੀ ਕਰ ਕਿਰਪਾ ਮੇਲੋ RAM। ਇਹ ਅਰਦਾਸ ਹੈ ਸਤਿਗੁਰੂ, ਕਿਰਪਾ ਕਰਕੇ ਮੈਨੂੰ ਵਿਛੜੇ ਨੂੰ ਫੇਰ ਆਪਣੇ ਚਰਨਾਂ ਵਿੱਚ ਮਿਲਾ ਲਾ। ਮੈਂ ਤਾਂ ਬੜੀ ਵਾਰ ਬੇਨਤੀ ਕਰਦਾ ਹੁੰਦਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੱਗੇ ਆ ਕੇ ਨਾ ਸੰਸਾਰ ਦੀਆਂ ਮੰਗਾਂ, ਆਪਣੇ ਹੋਰ ਦੁਨੀਆ ਦੀਆਂ ਡਿਮਾਂਡਾਂ ਮੰਗਣ ਦੀ ਬਜਾਏ ਨਾ ਅਰਦਾਸ ਕਰਿਆ ਕਰੋ, ਰਾਖੋ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਧਾਰੇ, ਸੇਵਾ ਕਛੂ ਨਾ ਜਾਨੋ ਨੀਚ ਮੁਰਖਾਰੇ, ਮਾਨ ਕਰੂੰ ਤੁਧ ਊਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ। ਗੁਰੂ ਅੱਗੇ ਆ ਕੇ ਅਰਦਾਸ ਕਰਿਆ ਕਰੋ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਗੁਰੂ ਅੱਗੇ ਆ ਕੇ ਅਰਦਾਸ ਕਰਿਆ ਕਰੋ, ਹਮ ਭੀਖਕ ਭਿਖਾਰੀ, ਤੇਰੇ ਤੂੰ ਨਿਜ ਪਤ ਹੈ ਦਾਤਾ, ਖੋਹ ਦਿਆਲ ਨਾਮ ਦੇਹ ਮੰਗਤ, ਜਨ ਕੋ ਸਦਾ ਰਹੂੰ ਰੰਗ ਰਾਤਾ। ਗੁਰੂ ਅੱਗੇ ਆ ਕੇ ਅਰਦਾਸ ਕਰਿਆ ਕਰੋ, ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਗੁਰੂ ਅੱਗੇ ਅਸੀਂ ਅਰਦਾਸ ਕਰਿਆ ਕਰੀਏ, ਹਮਰੇ ਔਗਣ ਬਹੁਤ ਬਹੁਤ ਹੈ, ਬਹੁ ਬਾਰ ਬਾਰ ਹਰ ਗਣਤ ਨਾ ਆਵੈ, ਤੂੰ ਗੁਣਵੰਤਾ ਹਰ ਹਰ ਦਿਆਲ, ਹਰਾਪੇ ਬਖਸ਼ ਲੈ ਹਰ ਭਾਵੈ,
हम अपराधी राखे गुर संगति उपदेश दियो हर नाम तराया। गुरु अगे आके बड़ी अधीनता दे नाल अरदास करया करो, सतगुरु इस संसार दे अंदर रहो संत हों टोल साध बहु तेरे डिठे, सन्यासी तपस्वी मुखों ए पंडित मिठे। गुरु अगे अरदास ओ करया करो जेड़ी अरदास साडे मन नूं सतगुरु दे मार्ग ते तोरे। पर असी ते अरदास करते हैं भी मैनू आ भी मिल जाए, आ भी मिल जाए, आ भी लै लवां, आ भी लै लवां, आ भी हो जाए, आ भी हो जाए। एक विद्वान दे ना मैनू बचन याद आए, वो कहता कुछ लोग इबादत करते हैं जन्नत की तमन्ना से। वो कहता भी कुछ लोगों की इबादत तो भाव है बंदगी, सेवा, सिमरन, उन्होंने दा बाणी पढ़ना, बाणी सुनना, वो किहो जिहा है। कहता कुछ लोग इबादत करते हैं जन्नत की तमन्ना से। कुछ लोगों की इबादत इस वास्ते है कि सानू सुख मिल जाए, जन्नत की तमन्ना उन्हां दी चाहत है कि सानू सुख मिल जाए। ਉਹਦੇ वास्ते मेरे वर्गा आया भी सतगुरु घर च कलेश बड़ा रहिंदा है, खत्म हो जाए तो अखंड पाठ करा देवां, जां मेरा घर नहीं विक रहा, विक जाए तो मैं सहज पाठ करा लवां, नहीं मिलता आ नहीं हुंदा आ करा लवां, इत्यादक इहो जिहा। वो विद्वान कहता कुछ लोग इबादत करते हैं जन्नत की तमन्ना से। कहता ये इबादत नहीं, ये तो तजारत है। वो कहता ये इबादत नहीं, ये तो तजारत है, व्यापार है, व्यापार सौदेबाजी है। ये तो गुरु दे नाल सौदा किया जा रहा है भी तू मेरा आ काम ये बदले मैं तेनू आ देवांगा, तू आ काम मेरा पूरा कर, ये बदले मैं इन्ने वीरवार, इन्ने शुक्रवार, इन्ने सोमवार जां इन्ने दिन मैं तेरे घर विच आके मत्था टेकांगा जां आ काम करांगा। ये व्यापार है, तजारत है, सौदेबाजी है। तो गुरु के घर में सौदेबाजी है। तुसीं सियाणे बैठे हो, किते बाणी दे अंदर लिखिया होवे भी तू आ काम कर ते इहदे बदले इत्थे ते महाराज कहंदे जो तो प्रेम खेलन का चाओ, सिर धर तली गली मेरी आओ, इत मार्ग पैर धरीजै सिर दीजै। इत्थे सतगुरु ने स्पष्ट किया है। महाराज कहंदे भी इत्थे ते तुसीं गुरु अर्जन देव साहब जी का शब्द पढ़दे हो ना, अब हम चली ठाकुर पै हार, जब हम शरण प्रभु की आई, राख प्रभु भावै मार, लोगन की चतुराई उपमा ते बै संतर जार, कोई भला कहो भावै बुरा कहो, हम तन दियो है ढार। हुण ते मैं अपना आप गुरु अगे रखदा, भावें कोई मैनू चंगा कवे भावें माड़ा कवे, मैं दुनिया वाला पासा वेखना ही नहीं, मैं दुनिया वाला पासे नज़र देनी नहीं। अपने आप नू गुरु दी तकड़ी विच तोल देना, अपने आप नू इस तराजू विच रख देना। और याद रखियो जदों असी प्रेम जां प्रीत जां स्नेह मुहब्बत इश्क की गल करते हैं ना, तो प्यार जिन्हों किया जाता है, विद्वाना ने आखिरी अर्थ ही ये कीते ने भी जिन्हों प्यार किया जाता है ना, प्यार करन वाले तो अपने आप नू कुर्बान कर देना। जिस प्यार विच दगा आ गया, फरेब आ गया, झूठ आ गया, जिस स्नेह जिस मुहब्बत दे विच ये हो गया भी कहना कुछ करना कुछ, वो शिखर ते नहीं पहुँचते, वो अपने पूरे एंड तक नहीं निभा पाते। गुरु ग्रंथ साहब की बाणी श्री राग की वार पढ़ियो ते पहली पौड़ी का दूसरा श्लोक है धन गुरु अमरदास पातशाह का। महाराज ने क्या होर बिरहा सब धात है, जब लग साहिब प्रीत ना होए। गुरु अमरदास ने मुख की गल की, कहते भी एक साहिब तो बिना जिहदे नाल मर्जी प्रीत कर लो, प्यार कर लो। और बेनती एक सुनियो भी प्यार ऐसा होवे जिहड़ा अपना तन मन कटवाउण वास्ते तैयार हो जाए। ऐसा प्यार ना होवे भी जिहड़ा प्यार दुनी चंद वर्गा होवे। गुरु कलगीधर साहब नूं आनंदपुर साहब की धरती ते कहंदा सी, सतगुरु तुसीं पिछे हो के वेखियो भी तुहाडा सिख दुनी चंद कैसी तलवार चलाउंदा है, वेखियो किवें पठाणां नूं मुगलां नूं भाजड़ पाउंदा है। ते जिस वक्त उन्हां हाथी भेजिया ना किले दा दरवाजा तोड़न वास्ते, ते वो दुनी चंद सब तो पहलां भज्जण वास्ते तैयार होया सी। सब तो पहलां ऐसा ही प्रीत नहीं होनी चाहिए, प्यार होवे बाबे बचित्तर सिंह वर्गा, ਜਿਹੜਾ एक वारी गुरु के कहण ते कहे भी सतगुरु तेरा हथ चाहिए है, ऐसे भावें किन्ने हाथी आ जाण बचित्तर सिंह लड़न वास्ते तैयार है। प्यार होवे भाई तारू सिंह वर्गा, भाई मणि सिंह वर्गा, बाबे दीप सिंह वर्गा,
ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲੇ ਜੀ ਵਰਗਾ ਜਿਹੜਾ ਆਪਣੇ ਗੁਰੂ ਤੋਂ ਇੱਕ ਪਲ ਵਿੱਚ ਆਪਣੇ ਆਪ ਨੂੰ ਕੁਰਬਾਨ ਕਰਨ ਵਾਸਤੇ ਤਿਆਰ ਹੋ ਗਿਆ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਵਰਤਿਆ ਸਮਝਾਉਣ ਦੀ, ਮੈਂ ਕਿਉਂਕਿ ਭਾਵੇਂ ਇਹ ਸ਼ਬਦ ਅਜੇ ਬਹੁਤ ਲੰਬੇਰੇ, 2 ਸ਼ਬਦਾਂ ਦੀ ਵਿਆਖਿਆ ਕਰਨੀ, ਪਰ ਜਿਆਦੀ ਕਿਉਂਕਿ ਸਤਿਗੁਰੂ ਨੇ ਜਿੱਥੋਂ ਆਰੰਭਤਾ ਕੀਤੀ, ਜੇ ਮੁੱਢ ਸਾਡੀ ਮੂਲ ਸਾਡੀ ਪਕੜ ਵਿੱਚ ਆ ਜਾਏ ਨਾ, ਫਿਰ ਆਪਣੇ ਆਪ ਜਿਹੜੀ ਬਾਕੀ ਸਾਰੀ ਵਿਚਾਰ, ਇੱਕ ਵਾਰ ਸਿਆਣੇ ਕਹਿੰਦੇ ਨਾ ਵੀ ਲੀਹ ਤੇ ਗੱਡੀ ਚੜਾਉਣੀ ਔਖੀ ਹੁੰਦੀ, ਜਦੋਂ ਚੜ ਜਾਏ ਫਿਰ ਆਪਣੇ ਆਪ ਤੁਰਦੀ ਰਹਿੰਦੀ ਹੈ। ਇੱਕ ਵਾਰ ਵਿਚਾਰ ਸਮਝ ਵਿੱਚ ਪੈ ਜਾਏ ਵੀ ਸਤਿਗੁਰੂ ਸਮਝਾਉਂਦੇ ਕੀ ਹੈ, ਜਦੋਂ ਸਮਝ ਪੈ ਗਈ ਫਿਰ ਆਪਣੇ ਆਪ ਤੁਹਾਨੂੰ ਪੂਰੇ 12 ਮਹਾਂ ਦੀ ਸਮਝ ਪੈ ਜਾਣੀ ਵੀ ਇਹ ਸਾਨੂੰ ਸਤਿਗੁਰੂ ਅਰਜਨ ਪਾਤਸ਼ਾਹ ਨੇ ਸਮਝਾਇਆ ਕੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਇੱਕ ਭੌਰੇ ਦਾ ਪਿਆਰ ਹੈ ਫੁੱਲ ਦੇ ਨਾਲ, ਜੇ ਭੌਰਾ ਉਹਦੀ ਸੁਗੰਧ ਸੁੰਘ ਕੇ ਤੇ ਫੁੱਲ ਤੋਂ ਪਾਸੇ ਹੋ ਜਾਏ, ਕਹੇ ਵੀ ਮੈਂ ਨਹੀਂ ਇਹਦੀ ਸੁਗੰਧ ਲੈਣੀ, ਮੈਂ ਨਹੀਂ ਇਹਦਾ ਰਸ ਚੂਸਣਾ, ਵੀ ਇਹ ਤੇ ਪੰਖੜੀਆਂ ਬੰਦ ਕਰਦਾ ਤੇ ਇਹਨਾਂ ਵਿੱਚ ਮੇਰੀ ਮੌਤ ਹੋ ਜਾਂਦੀ, ਮੈਂ ਤੇ ਹੋਰ ਪਾਸੇ ਜਾਣਾ ਹੈ। ਭਾਈ ਸਾਹਿਬ ਕਹਿੰਦੇ ਪੂਰੇ ਭੌਰਿਆਂ ਦੀ ਕੁੱਲ ਨੂੰ ਇੱਕ ਭੌਰਾ ਕਲੰਕਿਤ ਕਰ ਦਿੰਦਾ ਹੈ। ਫਿਰ ਭਾਈ ਸਾਹਿਬ ਨੇ ਅਗਲੀ ਉਦਾਹਰਨ ਵਰਤੀ, ਕਹਿਣ ਲੱਗੇ ਵੀ ਜਿਵੇਂ ਤੁਸੀਂ ਜਿਵੇਂ ਗਰਮੀ ਆ ਰਹੀ ਹੈ ਤੇ ਖਾਸ ਕਰਕੇ ਘਰਾਂ ਵਿੱਚ ਜਾਂ ਗੁਰੂ ਘਰਾਂ ਵਿੱਚ ਤੁਸੀਂ ਵੇਖੋਗੇ ਵੀ ਜਦੋਂ ਲਾਈਟ ਬਲਬ ਜਲਦੇ ਨੇ ਨਾ, ਤੇ ਬੜੇ ਜਿਹੜੇ ਉਹ ਭੰਬਟ ਮਰ ਕੇ ਧਰਤੀ ਤੇ ਡਿੱਗੇ ਹੁੰਦੇ ਨੇ, ਉਹਨਾਂ ਨੂੰ ਸਾਡੇ ਅੱਜ ਕੱਲ ਦੇ ਬੱਚੇ ਮੱਛਰ ਕਹਿ ਲਾ ਪਏ। ਮੱਛਰ ਨਹੀਂ ਹੈ, ਭੰਬੜ ਤੇ ਮੱਛਰ ਵਿੱਚ ਫਰਕ ਹੁੰਦਾ ਹੈ। ਜਿਹੜੇ ਭੰਬਟ ਹੁੰਦੇ ਨੇ ਨਾ, ਪਤੰਗਾ ਸ਼ਬਦ ਕਹਿ ਲਓ, ਸੌਖਾ ਸ਼ਬਦ ਆ ਜਾਏ, ਪਤੰਗਾ ਦੀਵੇ ਨਾਲ ਪ੍ਰੀਤ ਕਰਦਾ ਹੈ, ਲਾਈਟ ਨਾਲ ਪ੍ਰੀਤ ਕਰਦਾ ਹੈ, ਤੇ ਲਾਈਟ ਤੋਂ ਉਹ ਆਪਣੇ ਆਪ ਨੂੰ ਕੁਰਬਾਨ ਕਰਨ ਲੱਗਿਆ ਦੇਰ ਨਹੀਂ ਲਾਉਂਦਾ, ਭਾਵੇਂ ਉਹਨੂੰ ਪਤਾ ਹੈ ਵੀ ਦੀਵੇ ਦੀ ਲਾਟ ਤੇ ਮੇਰੀ ਮੌਤ ਹੋ ਜਾਣੀ ਹੈ, ਜਿਸ ਲਾਈਟ ਦੇ ਇਰਦ ਗਿਰਦ ਮੈਂ ਜਾ ਰਿਹਾ ਮੇਰੀ ਮੌਤ ਹੈ, ਅੰਤਲਾ ਸਮਾਂ ਹੈ, ਪਰ ਫਿਰ ਵੀ ਉਹ ਆਪਣੀ ਇਸ ਪ੍ਰੀਤ ਨੂੰ ਘਟਾਉਂਦਾ ਨਹੀਂ, ਉਹਦੇ ਤੇ ਕੁਰਬਾਨ ਹੁੰਦਾ ਹੈ। ਪਰ ਜੇ ਇੱਕ ਪਤੰਗਾ ਉਸ ਪ੍ਰੀਤ ਨੂੰ ਪਾਸੇ ਕਰਦਾ ਹੈ, ਲਾਂਭੇ ਹੋ ਜਾਏ ਵੀ ਨਹੀਂ ਮੈਂ ਨਹੀਂ ਇਸ ਅੱਗ ਦੇ ਦੁਆਲੇ ਜਾਣਾ, ਪੂਰਿਆਂ ਦੀ ਪੂਰੀ ਪਤੰਗਿਆਂ ਦੀ ਕੁੱਲ ਨੂੰ ਉਹ ਕਲੰਕਿਤ ਕਰ ਜਾਂਦਾ ਹੈ। ਯਾਦ ਰੱਖਿਓ, ਸਿੱਖ ਦਾ ਕਰਮ ਹੈ ਸਤਿਗੁਰੂ ਨਾਲ ਪ੍ਰੀਤ ਪਾਉਣੀ ਤੇ ਆਪਣੇ ਗੁਰੂ ਤੋਂ ਕੁਰਬਾਨ ਹੋ ਜਾਣਾ। ਇੱਕ ਬੰਦਾ ਵੀ ਅਗਰ ਗੁਰੂ ਦੀ ਪ੍ਰੀਤ ਜਾਂ ਗੁਰੂ ਦੀ ਮਰਿਆਦਾ ਤੋਂ ਲਾਂਭੇ ਜਾ ਕੇ ਕੁਝ ਐਸਾ ਕਰਦਾ ਹੈ ਤੇ ਪੂਰੇ ਦੀ ਪੂਰੀ ਕੁੱਲ ਜਿਹੜੀ ਉਹ ਕਲੰਕਿਤ ਕਰ ਦਿੰਦਾ ਹੈ। ਪੂਰੀ ਕੌਮ ਕੀਤਾ ਇੱਕ ਬੰਦੇ ਨੇ ਕਲੰਕ ਜਿਹੜਾ ਉਹ ਸਾਰੀ ਕੌਮ ਦੇ ਮੱਥੇ ਤੇ ਮੜਿਆ ਗਿਆ ਵੀ ਸਿੱਖ ਐਸਾ ਕੰਮ ਕੀਤਾ ਹੈ ਜਾਂ ਫਲਾਣੇ ਨੇ ਐਸਾ। ਇਸ ਵਾਸਤੇ ਵਾਰ-ਵਾਰ ਬੇਨਤੀ ਕਰੀਦੀ ਭਲਿਓ, ਗੁਰੂ ਗ੍ਰੰਥ ਸਾਹਿਬ ਨੇ ਜਿਸ ਮਾਰਗ ਤੇ ਤੁਹਾਨੂੰ ਤੋਰਿਆ, ਕੋਸ਼ਿਸ਼ ਕਰੋ ਵੀ ਉਸੇ ਮਾਰਗ ਤੇ ਤੁਰ ਕੇ ਅਸੀਂ ਆਪਣੇ ਗੁਰੂ ਦੇ ਘਰ, ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਸ਼ਾਨੋ ਸ਼ੌਕਤ ਉੱਚੀ ਕਰ ਸਕੀਏ। ਜਿੰਨਾ ਅਸੀਂ ਗੁਰੂ ਦਾ ਸਤਿਕਾਰ ਕਰਾਂਗੇ, ਗੁਰੂ ਉਸ ਤੋਂ ਕਿਤੇ ਵੱਧ ਸਾਨੂੰ ਇਸ ਸੰਸਾਰ ਵਿੱਚ ਉੱਚਾ ਕਰੇਗਾ। ਜਿੰਨਾ ਅਸੀਂ ਗੁਰੂ ਦੇ ਨਾਲ ਜੁੜਾਂਗੇ, ਉਹਨਾਂ ਤੁਸੀਂ ਰੋਜ਼ਾਨਾ ਸ਼ਬਦ ਪੜ੍ਹਦੇ ਹੋ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਹੁੰਦਾ ਹੈ ਤੇ ਸੱਚਖੰਡ ਲੈ ਕੇ ਜਾਂਦੇ ਹੋ, ਮਹਾਰਾਜ ਨੇ ਕਿਹਾ ਇਹ ਜਿਨ੍ਹਾਂ ਨੇ ਹੇ ਨਾਨਕ ਉਸ ਪਰਮਾਤਮਾ ਨੂੰ ਪੂਜਿਆ ਹੈ ਨਾ, ਇਹ ਸੰਸਾਰ ਦੇ ਅੰਦਰ ਸੁਭਾਵਕ ਹੈ ਵੀ ਤਿੰਨ ਹਰ ਪੂਜ ਕਰਾਵਾ, ਉਹਨਾਂ ਦੀ ਪੂਜਾ ਸੰਸਾਰ ਵਿੱਚ ਉਸ ਤੋਂ ਕਿਤੇ ਵੱਧ ਹੁੰਦੀ ਹੈ ਜਿਹੜੇ ਸਤਿਗੁਰੂ ਨੂੰ ਆਪਣੇ ਹਿਰਦਿਓਂ ਪੂਜਦੇ ਨੇ। ਮਹਾਰਾਜ ਕਹਿ ਲੱਗੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM 4 ਕੁੰਟ 10 ਦਿਸ਼ ਭਰਮੇ। 4 ਕੁੰਟ ਹੈ ਸਤਿਗੁਰੂ, ਇਹ ਸੰਸਾਰ ਅੰਦਰ 10 ਦਿਸ਼ ਤੋਂ ਭਾਵ ਹੈ 10 ਦਿਸ਼ਾਵਾਂ, ਜਿਹੜੀਆਂ 4 ਦਿਸ਼ਾਵਾਂ ਤੁਸੀਂ ਉੱਤਰ ਦੱਖਣ ਪੂਰਬ ਪੱਛਮ, ਤੇ 4 ਜਿਹੜੇ ਮਾਨੋ ਆ ਤੁਸੀਂ ਆਪਾਂ ਬਿਲਡਿੰਗ 'ਚ ਬੈਠੇ ਆ, ਇਹਦੀਆਂ 4 ਜਿਹੜੇ ਉਹ ਦੀਵਾਰਾਂ ਹੋ ਗਈਆਂ ਆਮੋ ਸਾਹਮਣੇ ਦੀਆਂ, 4 ਨੁਕਰਾਂ ਹੋ ਗਈਆਂ, 8 ਤੇ 1 ਜ਼ਮੀਨ ਵਾਲਾ ਪਾਸਾ, 9 ਤੇ 1 ਉੱਪਰਲਾ 10, ਇਹਨੂੰ ਕਹਿੰਦੇ ਨੇ 10 ਦਿਸ਼। ਸਾਹਿਬ ਕਹਿੰਦੇ 4 ਕੁੰਟ 10 ਦਿਸ਼ ਭਰਮੇ, ਮੈਂ ਸਾਰੇ ਪਾਸੇ ਇਸ ਸੰਸਾਰ ਦੇ ਅੰਦਰ ਭਰਮਿਆ ਹੈ, ਵੇਖਿਆ ਹੈ। ਤੇ ਗੁਰੂ ਰਾਮਦਾਸ ਦਾਤੇ ਨੇ ਨਾ ਇੱਕ ਪਵਿੱਤਰ ਸ਼ਬਦ ਸਾਡੀ ਝੋਲੀ ਵਿੱਚ ਪਾਇਆ। ਮਹਾਰਾਜ ਕਹਿੰਦੇ ਗਿਆ ਤੇ ਮੈਂ ਬੜਿਆ ਕੋਲ, ਮਿਲਿਆ ਤੇ ਮੈਂ ਬੜਿਆ ਨੂੰ, ਪਰ ਕਹਿੰਦੇ ਅਸਲ ਵਿੱਚ ਮੁੱਕਦੀ ਗੱਲ ਹੈ ਜਿਸ ਮਿਲਿਆ ਮਨ ਹੋਏ ਆਨੰਦ। ਜਿਸ ਨੂੰ ਮਿਲਣ ਦੇ ਨਾਲ ਮਨ ਵਿੱਚ ਆਨੰਦ ਪੈਦਾ ਹੋ ਜਾਏ ਸੋ ਸਤਿਗੁਰ ਕਹੀ ਹੈ। ਮਹਾਰਾਜ ਕਹਿੰਦੇ ਜਿਹਨੂੰ ਮਿਲ ਕੇ ਮਨ ਅੰਦਰ ਆਨੰਦ ਪੈਦਾ ਹੋਵੇ ਨਾ, ਜਿਹੜੇ ਗੁਰੂ ਨੂੰ ਮਿਲ ਕੇ ਮੇਰੇ ਅੰਦਰ ਇੱਕ ਤਾਂਘ ਪੈਦਾ ਹੋਵੇ, ਮੇਰੇ ਮਨ ਦੇ ਅੰਦਰ ਇੱਕ ਚਾਅ ਪੈਦਾ ਹੋਵੇ ਪਰਮਾਤਮਾ ਪ੍ਰਤੀ, ਸਾਹਿਬ ਕਹਿੰਦੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਮਨ ਕੀ ਦੁਬਦਾ ਬਿਨਸ ਜਾਏ,
ਜਿਹਨੂੰ ਇੱਕ ਵਾਰ ਮਿਲ ਕੇ ਮੇਰੇ ਮਨ ਦੇ ਵਿੱਚੋਂ ਭਰਮ ਖਤਮ ਹੋ ਜਾਏ, ਮੇਰੇ ਮਨ ਵਿੱਚੋਂ ਦੁਬਦਾ ਖਤਮ ਹੋ ਜਾਏ, ਮੇਰੇ ਮਨ ਵਿੱਚੋਂ ਭੁਲੇਖਾ ਖਤਮ ਹੋ ਜਾਏ, ਮੇਰਾ ਮਨ ਇਸ ਗੱਲ ਨੂੰ ਸਵੀਕਾਰ ਕਰ ਲਏ ਵੀ ਇਹ ਸੰਸਾਰ ਦੇ ਭ੍ਰਮ ਸੰਗਲ ਨੂੰ ਤੋੜ ਕੇ ਪਖੰਡਵਾਦ, ਡੇਰਾਵਾਦ, ਜਾਤ ਪਾਤ ਇਤਿਆਦਿਕ ਸਭ ਕੁਝ ਤਜ ਕੇ ਕੇਵਲ ਇੱਕੋ ਰੰਕਾਰ ਦੇ ਰਸ ਨੂੰ ਆਪਣੇ ਜੀਵਨ 'ਚ ਧਾਰਨ ਕਰ ਲਏ। ਤੇ ਗੁਰੂ ਪਿਆਰ ਵਾਲਿਓ ਯਾਦ ਰੱਖਿਓ, ਉਹ ਸਿੱਖ ਦਾ ਪੜਿਆ ਤੇ ਸਿੱਖ ਦਾ ਸੁਣਿਆ ਜਿਹੜਾ ਉਹ ਲਾਹੇ ਦਾ ਹੈ। ਮਹਾਰਾਜ ਕਹਿੰਦੇ ਸਤਿਗੁਰੂ ਇਸ ਸੰਸਾਰ ਦੇ ਅੰਦਰ 10 ਦਿਸ਼ਾਵਾਂ ਦੇ ਵਿੱਚੋਂ ਭ੍ਰਮਦਾ ਹੋਇਆ ਥੱਕ ਆਏ ਪ੍ਰਭ ਕੀ ਸ਼ਾਮ, ਸ਼ਾਮ ਕਹਿੰਦੇ ਨੇ ਸ਼ਰਨ ਨੂੰ। ਸਤਿਗੁਰੂ ਥੱਕ ਕੇ ਹਾਰ ਕੇ ਮੈਂ ਤੁਹਾਡੇ ਘਰ ਆ ਗਿਆ, ਮੈਂ ਤੁਹਾਡੇ ਦਰ ਤੇ ਆ ਗਿਆ। ਨਹੀਂ ਤੁਹਾਡੇ ਵਰਗਾ ਜਦੋਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਪਹਿਲੀ ਵਾਰ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਮਿਲੇ ਨਾ, ਉਹਨਾਂ ਦੇ ਚਰਨਾਂ ਵਿੱਚ ਆਪਣਾ ਸੀਸ ਨਵਾਇਆ। ਯਾਦ ਰੱਖਿਓ 72 ਸਾਲ ਦੀ ਉਮਰ ਸੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਜਦੋਂ ਸਤਿਗੁਰੂ ਅੰਗਦ ਪਾਤਸ਼ਾਹ ਦੇ ਉਹ ਘਰ ਵਿੱਚ ਆਏ ਨੇ। 72 ਸਾਲ। ਤੇ ਜਦੋਂ ਸਤਿਗੁਰੂ ਨੂੰ ਤਖਤ ਮਿਲਿਆ ਉਦੋਂ ਮੇਰੇ ਮਾਲਕ ਦੀ ਉਮਰ ਤਕਰੀਬਨ 92 ਤੋਂ 95 ਸਾਲ ਦੇ ਵਿੱਚ ਸੀ। 12 ਸਾਲ ਸਤਿਗੁਰੂ ਨੇ ਗੁਰੂ ਅੰਗਦ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੇਵਾ ਕੀਤੀ। 95 ਸਾਲ ਦੀ ਉਮਰ ਵਿੱਚ ਤਖਤ ਮਿਲਿਆ, ਗੱਦੀ ਮਿਲੀ ਤੇ ਤਕਰੀਬਨ 115 ਸਾਲ ਦੀ ਉਮਰ ਤੱਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੇਵਾ ਨਿਭਾਈ। ਜਦੋਂ ਸਤਿਗੁਰੂ ਅਮਰਦਾਸ ਪਾਤਸ਼ਾਹ ਆਏ ਨਾ ਗੁਰੂ ਅੰਗਦ ਪਾਤਸ਼ਾਹ ਦੀ ਹਜ਼ੂਰੀ ਵਿੱਚ, ਆਣ ਕੇ ਇਹ ਨਹੀਂ ਕਿਹਾ ਵੀ ਮੈਨੂੰ ਆ ਮਿਲ ਜਾਏ ਜਾਂ ਮੈਂ ਗੁਰੂ ਦੀ ਸੇਵਾ ਕਰਾਂਗਾ ਤੇ ਗੁਰੂ ਅੰਗਦ ਸਾਹਿਬ ਦਾ ਤਖਤ ਮੈਨੂੰ ਮਿਲਣਾ ਚਾਹੀਦਾ ਹੈ। ਸਿਰਫ ਇੱਕ ਮਨ ਦੇ ਟਿਕਾ ਵਾਸਤੇ, ਮਨ ਨੂੰ ਸਮਝਾਉਣ ਵਾਸਤੇ। ਕਿਉਂਕਿ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਸਵਈਏ ਪੜ੍ਹਦੇ ਹੋ ਨਾ, ਭੱਟ ਸਾਹਿਬਾਨਾਂ ਦੇ ਉਚਾਰਨ ਕੀਤੇ, ਤੇ ਬੜਾ ਪਿਆਰਾ ਇੱਕ ਸਵਈਆ ਮੈਂ ਆਪ ਜੀ ਦੇ ਸਾਹਮਣੇ ਰੱਖ ਕੇ ਅਗਲੀ ਪੰਕਤੀ ਦੀ ਵਿਚਾਰ ਕਰਦਾ ਹੈ। ਭੱਟ ਸਾਹਿਬਾਨ ਕਹਿੰਦੇ ਵੀ ਜਦੋਂ ਮੈਂ ਗੁਰੂ ਅੱਗੇ ਜਾਣਾ ਹੈ ਨਾ, ਤੇ ਗੁਰੂ ਅੱਗੇ ਆਉਣ ਤੋਂ ਪਹਿਲਾਂ ਮੇਰੇ ਮਨ ਵਿੱਚ ਬੜੀਆਂ ਵਿਚਾਰਾਂ ਸੀ ਵੀ ਮੈਂ ਗੁਰੂ ਅੱਗੇ ਆ ਕੁਝ ਅਰਦਾਸਾਂ ਕਰਨੀਆਂ ਨੇ, ਮੈਂ ਗੁਰੂ ਅੱਗੋਂ ਆ ਕੁਝ ਮੰਗਣਾ ਹੈ। ਭੱਟ ਸਾਹਿਬਾਨ ਕਹਿੰਦੇ ਚਿੱਤ ਚਿਤਵਾਂ ਅਰਦਾਸ ਕਹੂੰ, ਮੇਰੇ ਮਨ ਅੰਦਰ ਚਿਤਵਨਾ ਪੈਦਾ ਹੋਈ ਵੀ ਮੈਂ ਆਪਣੇ ਗੁਰੂ ਅੱਗੇ ਆ ਅਰਦਾਸ ਕਰਨੀ ਹੈ। ਚਿੱਤ ਚਿਤਵਾਂ ਅਰਦਾਸ ਕਹੂੰ ਪਰ ਕਹਿ ਭੇ ਨਾ ਸਕੂੰ। ਕਹਿੰਦੇ ਜਦੋਂ ਮੈਂ ਗੁਰੂ ਅੱਗੇ ਆਇਆ ਤੇ ਮੈਂ ਕੁਝ ਕਹਿ ਹੀ ਨਹੀਂ ਸਕਿਆ। ਜਦੋਂ ਮੈਂ ਆਪਣੇ ਗੁਰੂ ਨੂੰ ਤਖਤ ਤੇ ਬੈਠਾ ਵੇਖਿਆ ਤੇ ਮੇਰੀ ਜ਼ੁਬਾਨ ਤੋਂ ਕੁਝ ਉਚਾਰਨ ਹੀ ਨਹੀਂ ਹੋ ਰਿਹਾ ਵੀ ਸਤਿਗੁਰੂ ਮੈਨੂੰ ਆਹ ਕੁਝ ਚਾਹੀਦਾ ਹੈ। ਮਹਾਰਾਜ ਕਹਿੰਦੇ ਚਿੱਤ ਚਿਤਵਾਂ ਅਰਦਾਸ ਕਹੂੰ ਪਰ ਕਹਿ ਭੇ ਨਾ ਸਕੂੰ, ਸਰਬ ਚਿੰਤ ਤੁਧ ਪਾਸ ਸਾਧ ਸੰਗਤ ਹਉ ਤਕੂੰ। ਸਤਿਗੁਰੂ ਸਾਰੀਆਂ ਚਿੰਤਾਵਾਂ ਮੇਰੀਆਂ ਤੈਨੂੰ ਪਤਾ ਹੈ। ਅਸੀਂ ਪੜ੍ਹਦੇ ਜ਼ਰੂਰ ਆ ਅੰਤਰਜਾਮੀ ਪੁਰਖ ਵਧਾਤੇ, ਪਰ ਇਸ ਪੰਕਤੀ ਤੇ ਸਾਨੂੰ ਵਿਸ਼ਵਾਸ ਨਹੀਂ, ਭਰੋਸਾ ਨਹੀਂ। ਮਹਾਰਾਜ ਕਹਿੰਦੇ ਸਰਬ ਚਿੰਤ ਤੁਧ ਪਾਸ ਸਾਧ ਸੰਗਤ ਹੋ ਤਕੂ, ਤੇਰਾ ਹੁਕਮ ਪਵੈ ਨਿਸ਼ਾਨ ਤੋ ਕਰੂੰ ਸਾਹਿਬ ਕੀ ਸੇਵਾ। ਜਬ ਗੁਰ ਦੇਖੈ ਸ਼ੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ। ਅਗੰਮ ਅਲਖ ਕਾਰਨ ਪੁਰਖ ਜੋ ਫਰਮਾਵੈ ਸੋ ਕਹੂੰ। ਗੁਰ ਅਮਰਦਾਸ ਕਾਰਨ ਕਰਨ ਜੀਵ ਤੂੰ ਰੱਖੈ ਤਿਵ ਰਹੂੰ। ਕਹਿੰਦੇ ਗੁਰੂ ਅਮਰਦਾਸ ਦਾਤਿਆ ਤੂੰ ਕਰਨ ਕਰਾਉਣ ਵਾਲਾ, ਜਿਵੇਂ ਤੂੰ ਰੱਖੇਗਾ ਮੈਂ ਉਵੇਂ ਰਹਿਣ ਵਾਸਤੇ ਤਿਆਰ ਹਾਂ। ਜਿਵੇਂ ਤੂੰ ਮੈਨੂੰ ਇਸ ਸੰਸਾਰ ਅੰਦਰ ਜਿਵੇਂ ਤੇਰਾ ਹੁਕਮ ਹੋਵੇ ਤੇਰੀ ਰਜ਼ਾ ਵਿੱਚ ਚੱਲ ਕੇ ਮੈਂ ਰਾਜ਼ੀ ਹਾਂ। ਸਤਿਗੁਰੂ ਕਹਿ ਲੱਗੇ ਜਿਨ੍ਹਾਂ ਨੇ ਇਸ ਹੁਕਮ ਨੂੰ ਮੰਨ ਲਿਆ, ਸਤਿਗੁਰੂ ਦੀ ਸ਼ਾਮ ਸ਼ਰਨ ਵਿੱਚ ਆਏ ਤੇ ਆਪਣੇ ਆਪ ਨੂੰ ਗੁਰੂ ਅੱਗੇ ਭੇਟਾ ਕੀਤਾ, ਉਹਨਾਂ ਦਾ ਜੀਵਨ ਆਪਣੇ ਆਪ ਗੁਰੂ ਦੇ ਮਾਰਗ ਤੇ ਤੁਰਨਾ ਆਰੰਭ ਹੋ ਗਿਆ। ਅੱਗੇ ਸਾਹਿਬ ਨੇ ਕਿਹਾ ਧੇਣ ਦੁੱਧੈ ਤੇ ਬਾਹਰੀ ਕਿਤੇ ਨਾ ਆਵੇ ਕਾਂ। ਧੇਣ ਕਹਿੰਦੇ ਨੇ ਗਾਂ ਨੂੰ। ਗਾਂ ਦੁੱਧ ਨਾ ਦਿੰਦੀ ਹੋਵੇ, ਅਸੀਂ ਜ਼ਿਮੀਦਾਰੀ ਨਾਲ ਸੰਬੰਧਤ ਆ, ਜਿਹੜੀ ਗਾਂ ਫੰਡਰ ਹੋ ਜਾਏ, ਭਾਵ ਜਿਹੜੀ ਖੁਰਲੀ ਤੇ ਖੜੀ ਖਾਈ ਜਾਏ। ਪਰ ਹੁਣ ਦੇਖੋ ਮੱਝਾਂ ਗਾਵਾਂ ਜ਼ਿਮੀਦਾਰਾਂ ਇਸ ਵਾਸਤੇ ਰੱਖੀਆਂ ਨਾ ਵੀ ਉਹਨਾਂ ਨੂੰ ਠੀਕ ਹੈ ਖਲ ਵੜੇਵਾ ਪਾਵਾਂਗੇ, ਦੁੱਧ ਚੋਵਾਂਗੇ, ਕੁਝ ਆਪ ਪੀਵਾਂਗੇ, ਰੱਖਾਂਗੇ, ਕੁਝ ਦੋਧੀ ਨੂੰ ਵੇਚ ਦਿਆਂਗੇ, ਪਿਆ ਦੇਵਾਂਗੇ। ਪਰ ਜਿਹੜੀ ਗਾਂ ਫੰਡਰ ਹੋ ਜਾਵੇ, ਮਹਾਰਾਜ ਕਹਿੰਦੇ ਧੇਣ ਦੁੱਧੈ ਤੇ ਬਾਹਰੀ, ਜਿਹੜੀ ਗਾਂ ਦੁੱਧ ਨਾ ਦਿੰਦੀ ਹੋਵੇ ਉਹਨੂੰ ਆਪਣੇ ਘਰ ਵਿੱਚ ਕੋਈ ਨਹੀਂ ਰੱਖਦਾ, ਉਹਦਾ ਰੱਸਾ ਸਾਰੇ ਖੋਲ ਦਿੰਦੇ ਆ, ਉਹਨੂੰ ਅਵਾਰਾ ਕਰ ਦਿੰਦੇ ਆ ਵੀ ਜਿੱਧਰ ਮਰਜ਼ੀ ਤੁਰੀ ਫਿਰੇ, ਸਾਡੇ ਘਰ ਵਿੱਚ ਇਹਦੀ ਕੋਈ ਥਾਂ ਨਹੀਂ। ਮਹਾਰਾਜ ਕਹਿੰਦੇ ਧੇਣ ਦੁੱਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ। ਜਾਲ ਬਿਨ ਸ਼ਾਖ ਕੁਮਲਾਵਤੀ, ਪਾਣੀ ਤੋਂ ਬਗੈਰ ਬਨਸਪਤੀ ਸੁੱਕ ਜਾਂਦੀ। ਤੁਹਾਡੇ ਘਰ
ਫੁੱਲ ਬੂਟਿਆਂ ਦੇ ਪੌਦੇ ਨੇ। ਤੁਸੀਂ ਸਭ ਤੋਂ ਪਹਿਲਾਂ ਸਵੇਰੇ ਉਹਨਾਂ ਨੂੰ ਪਾਣੀ ਦਿੰਦੇ ਹੋ। ਅਗਰ ਪਾਣੀ 2-4 ਦਿਨ ਨਾ ਤੇ ਤੁਸੀਂ ਵੇਖਦੇ ਹੋ ਕਮਲਾਉਣਾ ਸ਼ੁਰੂ ਹੋ ਗਏ, ਸੁੱਕਣੇ ਸ਼ੁਰੂ ਹੋ ਗਏ, ਉਹਨਾਂ ਦੀ ਹਰਿਆਵਲ ਮੁੱਕਣੀ ਸ਼ੁਰੂ ਹੋ ਗਈ। ਮਹਾਰਾਜ ਨੇ ਉਦਾਹਰਨਾਂ ਵਰਤੀਆਂ। ਸਾਹਿਬ ਕਹਿੰਦੇ ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀ ਦਾਮ। ਜਿਹੜੀ ਬਨਸਪਤੀ ਪਾਣੀ ਤੋਂ ਬਿਨਾ ਸੁੱਕ ਜਾਏ ਨਾ, ਉਹਦੇ ਵਿੱਚੋਂ ਕੋਈ ਦਾਮ ਨਹੀਂ ਮਿਲਦਾ, ਦਮੜੇ ਨਹੀਂ ਮਿਲਦੇ, ਪੈਸੇ ਨਹੀਂ ਮਿਲਦੇ। ਮੰਨੋ ਜਿਵੇਂ ਕਣਕ ਜਾਂ ਝੋਨਾ ਹੈ, ਉਹਦੇ ਵੱਲ ਜੱਟ ਧਿਆਨ ਹੀ ਨਾ ਦੇਵੇ, ਜ਼ਿਮੀਦਾਰ ਧਿਆਨ ਹੀ ਨਾ ਦੇਵੇ, ਜੀ ਕੀਤਾ ਪਾਣੀ ਲਾਇਆ ਨਾ ਲਾਇਆ, ਸਪਰੇ ਰੇ ਖਾਦ ਪਾਈ ਨਾ ਪਾਈ, ਤੇ ਬਾਅਦ ਜਦੋਂ ਸਾਰਿਆਂ ਨੇ ਇੱਧਰ ਉੱਧਰ ਆਪਣੀ ਕਣਕ ਜਾਂ ਝੋਨੇ ਦੀ ਫਸਲ ਵੱਢ ਲਈ ਤੇ ਉਹਦੀ ਬਿਲਕੁਲ ਵਿੱਚ ਖੜੀ ਸੜੀ ਪਈ, ਤੇ ਸੜੀ ਫਸਲ ਦਾ ਥੋੜੀ ਕਿਸੇ ਨੇ ਕੁਝ ਪੈਸਾ ਦੇਣਾ। ਉਹ ਤੇ ਚੰਗਾ ਅਨਾਜ ਹੋਵੇਗਾ, ਚੰਗੇ ਕਣਕ ਦੇ ਦਾਣੇ ਹੋਣਗੇ, ਚੰਗੇ ਬਨਸਪਤੀ ਦੇ ਚੌਲਾਂ ਦੇ ਦਾਣੇ ਹੋਣਗੇ, ਫੇਰ ਹੀ ਉਹਦੇ ਪੈਸੇ ਮਿਲਣੇ, ਉਹਦਾ ਦਾਮ ਮਿਲਣਾ ਹੈ ਨਾ। ਮਹਾਰਾਜ ਕਹਿੰਦੇ ਜਲ ਤੋਂ ਬਿਨਾ ਜਿਹੜੀ ਸ਼ਾਖ ਕੁਮਲਾਵਤੀ ਸੁੱਕ ਗਈ, ਉਹਦਾ ਦਾਮ ਜਿਹੜਾ ਉਹ ਨਹੀਂ ਮਿਲਦਾ। ਹਰ ਨਹਾ ਨਾ ਮਿਲਿਆ ਸਾਜਨੈ ਕੱਤ ਪਾਈਐ ਵਿਸ਼ਰਾਮ। ਹੁਣ ਮਹਾਰਾਜ ਨੇ ਜਿਹੜੀ ਗੱਲ ਆਰੰਭ ਵਿੱਚ ਕਹੀ ਉਹ ਦੁਬਾਰਾ ਫੇਰ ਵੀ, ਜੇ ਸੱਜਣ ਹਰੀ ਮਿਲਿਆ ਹੀ ਨਾ, ਰੱਬ ਮਿਲਿਆ ਹੀ ਨਾ, ਪਰਮਾਤਮਾ ਮਿਲਿਆ ਹੀ ਨਾ, ਤੇ ਉਹਦੇ ਨਾਮ ਤੋਂ ਬਿਨਾ ਤੇਰੇ ਅੰਦਰ ਟਿਕਾ ਪੈਦਾ ਹੋਏਗਾ, ਸ਼ਾਂਤੀ ਪੈਦਾ ਹੋਏਗੀ, ਵਿਸ਼ਰਾਮ ਠਹਿਰਾਓ ਆਏਗਾ। ਜੇ ਸਾਡੇ ਹਿਰਦੇ ਦੇ ਅੰਦਰ ਸਤਿਗੁਰੂ ਦਾ ਸ਼ਬਦ ਹੀ ਨਾ ਵਸਿਆ, ਜਿਹੜੇ ਸ਼ਬਦ ਨੇ ਇਸ ਜਲਦੀ ਹੋਈ ਭੱਠੀ ਨੂੰ ਠੰਡਾ ਕਰਨਾ ਹੈ, ਜਿਹੜੇ ਸ਼ਬਦ ਨੇ ਇਸ ਮਨੂਰ ਨੂੰ ਕੰਚਨ ਕਰਨਾ ਹੈ, ਉਹ ਸ਼ਬਦ ਸਾਡੇ ਹਿਰਦੇ ਵਿੱਚ ਧਾਰਨ ਹੀ ਨਾ ਹੋਇਆ, ਪੈਦਾ ਹੀ ਨਾ ਹੋਇਆ, ਤੇ ਮਹਾਰਾਜ ਕਹਿੰਦੇ ਕਿੱਥੋਂ ਤੇਰਾ ਜੀਵਨ ਸਵਰ ਜਾਏਗਾ। ਇਹ ਜੇ ਤੇ ਇੱਕ ਦ੍ਰਿਸ਼ਟ ਹੈ ਨਾ, ਸਤਿਗੁਰੂ ਦੀ ਇੱਕ ਨਜ਼ਰ ਤੁਸੀਂ ਪੜ੍ਹਦੇ ਹੋ ਨਾ, ਹੋਵੈ ਸਿਫਤ ਖਸਮਦੀ ਨੂਰ ਅਰਸੋ ਕੁਰਸੋ ਝਟਿਐ ਤੁਧ ਜਿੱਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਜਾਂ ਸਤਿਗੁਰੂ ਨੇ ਸ਼ਬਦ ਵਰਤੇ ਭਇਆ ਮਨੂਰ ਕੰਚਨ ਫਿਰ ਹੋਵੈ ਜੇ ਗੁਰ ਮਿਲੈ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ। ਸਾਹਿਬ ਕਹਿੰਦੇ ਗਲਿਆ ਸੜਿਆ ਲੋਹਾ ਮਨਮੁਖ ਬੰਦਾ ਗੁਰਮੁਖ ਹੋ ਜਾਂਦਾ ਹੈ ਉਹਦੀ ਨਜ਼ਰ ਰਾਹੀਂ, ਪਰ ਉਹਦੀ ਨਜ਼ਰ ਦੀ ਪ੍ਰਾਪਤੀ ਵਾਸਤੇ ਕੁਝ ਤੇ ਯਤਨ ਕਰਨਾ ਪੈਂਦਾ ਹੈ ਨਾ। ਤੁਸੀਂ ਹਰਮੰਦਰ ਸਾਹਿਬ ਦਾ ਇਤਿਹਾਸ ਪੜ੍ਹਦੇ ਹੋ ਤੇ ਤੁਸੀਂ ਸੁਣਿਆ ਵੀ ਜਿਹੜੇ ਕਾਂ ਉਹ ਵੀ ਸਰੋਵਰ ਦੇ ਵਿੱਚੋਂ ਚਿੱਟੇ ਹੋ ਕੇ ਬਾਹਰ ਨਿਕਲੇ, ਪਰ ਸਭ ਤੋਂ ਪਹਿਲਾਂ ਉਹਨਾਂ ਨੂੰ ਅੰਦਰ ਜਾਣਾ ਤੇ ਪਿਆ ਨਾ, ਉਹਨਾਂ ਨੂੰ ਅੰਦਰ ਵੜਨਾ ਤੇ ਪਿਆ, ਫੇਰ ਹੀ ਉਹ ਚਿੱਟੇ ਹੋ ਕੇ ਬਾਹਰ ਆਏ ਨਾ। ਵੀ ਜੇ ਉਹ ਕਹਿੰਦੇ ਵੀ ਉੱਪਰੋਂ ਦੀ ਸਰੋਵਰ ਦੇ ਲੰਘ ਜੀਏ, ਸਿਰਫ ਉੱਪਰੋਂ ਦੀ ਖੰਭ ਮਾਰ ਕੇ ਤੁਰ ਗਏ, ਲੰਘ ਗਏ, ਉੱਡ ਗਏ ਤੇ ਅਸੀਂ ਚਿੱਟੇ ਹੋ ਜਾਈਏ, ਨਹੀਂ ਨਾ ਹੋਇਆ ਜਾਣਾ। ਜਦੋਂ ਤੱਕ ਤੁਸੀਂ ਇਹਦੇ ਅੰਦਰ ਜਾਓਗੇ ਨਹੀਂ, ਵੜੋਗੇ ਨਹੀਂ, ਉਦੋਂ ਤੱਕ ਤੁਹਾਡੀ ਜਿਹੜੀ ਉਹ ਗੁਰਮੁਖਤਾਈ ਪ੍ਰਗਟ ਨਹੀਂ ਹੋਏਗੀ। ਮੈਂ ਇੱਕ ਉਦਾਹਰਣ ਦੇ ਰਿਹਾ, ਕਾਂ ਚਿੱਟੇ ਹੋਏ ਨਹੀਂ ਹੋਏ, ਇਹ ਅਕਾਲ ਪੁਰਖ ਨਿਰੰਕਾਰ ਦੀ ਇੱਕ ਵੱਖਰੀ ਕਹਾਣੀ, ਇੱਕ ਗੁਰਮਤਿ ਦਾ ਵੱਖਰਾ ਵਿਸ਼ਾ ਹੈ। ਸਾਹਿਬ ਦੀ ਬਾਣੀ ਨੇ ਕਿਹਾ ਵੀ ਇਹ ਸੰਸਾਰ ਅੰਦਰੋਂ ਕਾਗੋ ਹੰਸ ਹੋ ਜਾਂਦੇ ਹੈ, ਭਾਵ ਮਨਮੁਖ ਗੁਰਮੁਖ ਬਣ ਜਾਂਦਾ ਹੈ, ਸਾਕਤ ਸੰਤ ਬਣ ਜਾਂਦਾ ਹੈ, ਪਰ ਉਹਦਾ ਸਭ ਤੋਂ ਪਹਿਲਾਂ ਇਹ ਹੈ ਵੀ ਉਹਨੂੰ ਆਪਣੇ ਆਪ ਨੂੰ ਗੁਰੂ ਬਾਣੀ ਵਿੱਚ, ਗੁਰੂ ਸਮੁੰਦਰ ਵਿੱਚ, ਇਸ ਸਾਗਰ ਵਿੱਚ ਚੁੱਭੀ ਲਾਉਣੀ ਪਏਗੀ। ਜੇ ਉਹ ਕਿਨਾਰੇ ਤੇ ਬੈਠਾ ਰਿਹਾ ਜਾਂ ਉੱਪਰੋਂ ਤਰਦਾ ਤੇ ਫਿਰ ਨਹੀਂ ਗੱਲ ਬਣਨੀ, ਪਹਿਲਾਂ ਜਾਣਾ ਪਵੇਗਾ। ਜੇ ਉੱਪਰੋਂ ਸਿਰਫ ਮੈਂ ਕਈਆਂ ਨੂੰ ਵੇਖਿਆ ਬੰਗਲਾ ਸਾਹਿਬ ਨਿਤਨੇਮ ਕਰਦਿਆਂ, ਸੁਖਮਨੀ ਸਾਹਿਬ ਦਾ ਪਾਠ ਕਰਦਿਆਂ, ਮੈਂ ਕਹਿੰਦਾ ਵੀ ਐਦਾਂ ਹੀ ਉਹਨਾਂ ਦੇ ਬਸ ਐ ਪੇਜ ਐਦਾਂ ਹੀ ਹੋਈ ਜਾਂਦੇ, ਇੰਨਾ ਅੰਗ ਹੈ, ਮਿੰਟੋ ਮਿੰਟ ਪਤਾ ਨਹੀਂ ਕਿੱਦਾਂ ਇੰਨੀ ਨਿਤਨੇਮ ਕਰ ਲਿਆ ਜੀ, ਸੁਖਮਨੀ ਸਾਹਿਬ ਕਰ ਲਿਆ। ਮੇਰੇ ਖਿਆਲ ਵੀ ਅੱਧੇ ਘੰਟੇ ਦੇ ਵਿੱਚ ਸੁਖਮਨੀ ਸਾਹਿਬ ਕਰਕੇ ਤੇ ਉਹ ਚਲੇ ਜਾਂਦੇ ਨੇ, 20-22 ਮਿੰਟਾਂ ਵਿੱਚ ਉਹਨਾਂ ਦਾ ਨਿਤਨੇਮ ਹੋ ਜਾਂਦਾ ਹੈ। ਐਸੇ ਸਤਿਗੁਰੂ ਦੀ ਬਾਣੀ ਨੇ ਸਾਨੂੰ ਸਮਝਾਇਆ ਵੀ ਸਹਿਜ ਵਿੱਚ ਰਹਿ ਕੇ ਬਾਣੀ ਪੜ੍ਹ। ਇੱਥੇ ਤੁਸੀਂ ਭਾਵੇਂ ਇੱਕ ਸ਼ਬਦ ਪੜ੍ਹੋ, ਇੱਕ ਅੱਖਰ, ਬਾਬਾ ਕਬੀਰ ਸਾਹਿਬ ਨੇ ਕਿਹਾ ਵੀ ਇੱਕ ਅੱਖਰ ਵੀ ਅਗਰ ਮੇਰੇ ਹਿਰਦੇ 'ਚ ਵਸ ਗਿਆ ਨਾ, ਤੁਸੀਂ ਸੁਖਮਨੀ ਸਾਹਿਬ ਦੀ ਰਹਾਉ ਵਾਲਾ ਬਾਣੀ ਪੜ੍ਹੋ, ਤੇ ਰਹਾਉ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇਹੀ ਕਿਰਪਾ ਕੀਤੀ ਨਾ ਵੀ ਜਿਨ੍ਹਾਂ ਅੰਦਰ ਇਹ ਸਹਿਜ ਸੁਖਮਨੀ ਦਾ ਵਸ ਜਾਏ, ਤੇ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਹਿਰਦਿਆਂ ਦੇ ਵਿੱਚ ਇਹ ਸੁਖਮਨੀ ਦਾ ਭਾਵ ਵਸ ਜਾਏ, ਉਹਨਾਂ ਹਿਰਦਿਆਂ ਦੇ ਅੰਦਰ ਆਪਣੇ ਆਪ ਸਹਿਜ ਤੇ ਆਤਮਿਕ ਅਡੋਲਤਾ ਵਸ ਜਾਂਦੀ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ। ਵਿਸ਼ਰਾਮ ਤੋਂ ਭਾਵ ਹੈ ਠਹਿਰਾਓ। ਜਿਹੜੀ ਵਿਸ਼ਰਾਮ ਸਤਿਗੁਰੂ ਨੇ ਕਿਹਾ ਨਾ, ਸਾਜ ਹਰ ਨਹਾ ਨਾ ਮਿਲਿਆ ਸਾਜਨੈ ਕੱਤ ਪਾਈਐ ਵਿਸ਼ਰਾਮ। ਅੱਗੇ ਕਿਹਾ ਜਿਤ ਘਰ ਹਰ ਕੰਤ ਨਾ ਪ੍ਰਗਟੈ। ਜਿਸ ਹਿਰਦੇ ਰੂਪੀ ਘਰ ਦੇ ਵਿੱਚ ਕੰਤ ਪ੍ਰਗਟ ਹੀ ਨਹੀਂ ਹੋਇਆ,
ਭੱਠ ਨਗਰ ਸੇ ਗ੍ਰਾਮ, ਉਹ ਨਗਰ ਉਹ ਸ਼ਰੀਰ ਭੱਠੀ ਵਾਂਗ। ਭੱਠੀ ਸਮਝਦੇ ਹੋ? ਤੰਦੂਰ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਹੈ, ਤੇ ਤੰਦੂਰ ਦੇ ਵਿੱਚ ਸੇਕ ਹੀ ਸੇਕ ਹੈ ਨਾ। ਬੰਦਾ ਮਾੜਾ ਜਿਹਾ ਹੱਥ ਇਦਾਂ ਕਰਿਓ ਤੇ ਜਿਹੜੇ ਰੋਜ਼ ਰੋਟੀਆਂ ਲਾਉਣ ਵਾਲੇ ਉਹਨਾਂ ਨੂੰ ਤਾਂ ਤਜਰਬਾ ਹੈ। ਸਾਡੀਆਂ ਮਾਤਾਵਾਂ ਜਦੋਂ ਪਿੰਡਾਂ 'ਚ ਤੰਦੂਰ ਤਾਉਂਦੀਆਂ ਨੇ ਨਾ, ਤੇ ਉਹ ਹੱਥ ਤੇ ਪਹਿਲਾਂ ਪੌਣਾ ਵਲੇਟਦੀਆਂ ਨੇ, ਤੇ ਪੌਣਾ ਵਲੇਟ ਕੇ ਫੇਰ ਰੋਟੀ ਲਾ ਕੇ ਉਹ 'ਚ ਰੋਟੀ ਬਾਹਰ ਕੱਢਦੀਆਂ। ਮੇਰੇ ਵਰਗਾ ਤੁਰਿਆ ਜਾਏ ਹੱਥ ਪੈ ਤੇ ਹੱਥ ਛਡਾ ਲੈਂਦਾ, ਮਾਸ ਛਡਾ ਲੈਂਦਾ। ਉਹਨੂੰ ਕਹਿੰਦੇ ਭੱਠੀ ਸਾਹਿਬ। ਕਹਿੰਦੇ ਜਿਸ ਹਿਰਦੇ ਰੂਪੀ ਘਰ ਦੇ ਵਿੱਚ ਨਾਮ ਪ੍ਰਗਟ ਹੀ ਨਹੀਂ ਹੋਇਆ, ਉਹ ਹਿਰਦਾ ਭੱਠੀ ਵਾਂਗ ਸੜਦਾ ਪਿਆ, ਬਲਦਾ ਪਿਆ, ਉਹਦੇ ਅੰਦਰੋਂ ਸੇਕ ਹੀ ਸੇਕ ਸੇਕ। ਮਾੜਾ ਜਿਹਾ ਕੋਈ ਪੁੱਛ ਲੈ ਗੁਰਦੁਆਰੇ ਆਉਂਦੇ ਨੂੰ ਕੀ ਹਾਲ ਹੈ, ਬਸ ਪੁੱਛੋ ਨਾ, ਫਿਰ ਜਿਉਂ ਸ਼ੁਰੂ ਹੁੰਦਾ ਐਸਾ ਸੇਕ, ਐਸੇ ਸਾੜ ਨਾਲ ਭਰਿਆ ਵੀ ਬੰਦਾ ਆਖਦਾ ਵੀ ਮੈਂ ਤੇ ਉਹਨੂੰ ਬੁਲਾ ਕੇ ਬੜੀ ਵੱਡੀ ਗਲਤੀ ਕਰ ਲਈ। ਸਤਿਗੁਰੂ ਨੇ ਅੱਗੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਮਹਾਰਾਜ ਕਹਿੰਦੇ ਵੀ ਰੱਬ ਦਾ ਨਾਮ ਹਿਰਦੇ 'ਚ ਨਾ ਹੋਵੇ ਤੇ ਭਾਵੇਂ ਕਿੰਨੇ ਤਰ੍ਹਾਂ ਦੇ ਸ਼ਿੰਗਾਰ ਕੀਤੇ ਹੋਣ, ਭਾਵੇਂ ਉਹ ਪਾਨ ਪੱਤੇ ਖਾਣ ਵਾਲੇ ਹੋਣ, ਜੋ ਮਰਜੀ ਐਸੇ ਆਪਣੇ ਤਨ ਨੂੰ ਸਜਾਵਟ, ਉਹ ਸਾਰੇ ਇਦਾਂ ਲੱਗਦੇ ਜਿਵੇਂ ਮੈਂ ਆਰੰਭਤਾ ਵਿੱਚ ਬੇਨਤੀ ਕੀਤੀ ਸੀ ਨਾ ਵੀ ਸੜੇ ਹੋਏ ਕਾਨਿਆਂ ਵਰਗੇ। ਜਾਂ ਤੁਸੀਂ ਜੰਗਲ ਦੀ ਅੱਗ ਦੇਖੀ ਹੋਏਗੀ, ਅੱਧਾ ਕੁ ਰੁੱਖ ਸੜ ਜਾਂਦਾ ਤੇ ਅੱਧਾ ਕੁ ਹਰਿਆ ਹੁੰਦਾ ਹੈ। ਸਾਹਿਬ ਕਹਿੰਦੇ ਵੀ ਇਹੋ ਜਿਹਾ ਜੀਵਨ ਅੰਦਰ ਜੇ ਰੱਬ ਦਾ ਨਾਮ ਨਹੀਂ ਤੇ ਸਭ ਕੁਝ ਜਿਹੜਾ ਉਹ ਅੱਗ ਵਾਂਗ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ, ਸੁਆਮੀ ਕੰਤ ਪ੍ਰਮਾਤਮਾ ਤੋਂ ਵਿਹੂਣੀਆਂ। ਇਸ ਸੰਸਾਰ ਦੇ ਅੰਦਰ ਅਕਾਲ ਪੁਰਖ ਨਾਮ ਤੋਂ ਟੁੱਟੇ ਹੋਏ ਸਾਹਿਬ ਕਹਿੰਦੇ ਵੀ ਸਾਰੇ ਉਹ ਜਮਾਂ ਦੀ ਮਾਰ ਨੂੰ ਹੀ ਸਹਿਣਗੇ। ਅੱਗੇ ਕਿਰਪਾ ਕੀਤੀ ਨਾਨਕ ਕੀ ਬੇਨੰਤੀਆਂ, ਕਰ ਕਿਰਪਾ ਦੀਜੈ ਨਾਮ। ਨਾਨਕ ਦੀ ਇੱਕ ਬੇਨੰਤੀ ਹੈ, ਬੇਨਤੀ ਹੈ, ਸਤਿਗੁਰੂ ਕਿਰਪਾ ਕਰਕੇ ਨਾਮ ਦੀ ਦਾਤ ਝੋਲੀ ਵਿੱਚ ਪਾ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ। ਮੇਰੇ ਅੰਦਰ ਚਾਹ ਪੈਦਾ ਹੋ ਜਾਏ, ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਜਿਹਦਾ ਧਾਮ ਨਿਹਚਲ ਹੈ ਨਾ, ਜਿਹਦਾ ਘਰ ਨਿਹਚਲ ਹੈ। ਸਾਡੇ ਘਰ ਸਾਡੇ ਧਾਮ ਨਿਹਚਲ ਨਹੀਂ ਹੈ। ਸਾਡੇ ਘਰ ਹੈ ਨਾ, ਆਉਣ ਵਾਲੇ ਸਮੇਂ ਵਿੱਚ ਮੁੱਕ ਜਾਣਗੇ, ਖਤਮ ਹੋ ਜਾਣਗੇ। ਅਸੀਂ ਅੱਜ ਹਾਂ, ਕੱਲ ਖਤਮ ਹੋ ਜਾਵਾਂਗੇ। ਇਹ ਸਾਰਾ ਕੁਝ ਅੱਜ ਹੈ, ਆਉਣ ਵਾਲੇ ਸਮੇਂ 'ਚ ਖਤਮ ਹੋ ਜਾਏਗਾ। ਪਰ ਉਸ ਕਰਤੇ ਪੁਰਖ ਵਾਹਿਗੁਰੂ ਦਾ ਧਾਮ ਸਦਾ ਵਾਸਤੇ ਨਿਹਚਲ ਹੈ, ਉਹਨੂੰ ਕੋਈ ਡੁਲਾ ਨਹੀਂ ਸਕਦਾ। ਅੱਗੇ ਜਿਹੜੇ ਅੱਜ ਮਹੀਨਾ ਆਰੰਭ ਹੋਇਆ ਹੈ, ਸਾਹਿਬ ਨੇ ਕਿਹਾ ਚੇਤ ਗੋਬਿੰਦ ਆਰਾਧੀਐ, ਹੋਵੇ ਆਨੰਦ ਘਣਾ। ਚੇਤ ਦੇ ਮਹੀਨੇ ਦੇ ਵਿੱਚ ਰੱਬ ਨੂੰ ਪਰਮਾਤਮਾ ਨੂੰ ਸਿਮਰ ਤੇ ਹੋਵੇਗਾ ਕੀ? ਮਹਾਰਾਜ ਕਹਿੰਦੇ ਘਣਾ ਆਨੰਦ, ਐਸਾ ਆਨੰਦ ਜਿਹੜਾ ਨਾਪ ਤੋਲ ਵਿੱਚ ਆਉਣਾ ਹੀ ਨਹੀਂ, ਐਸਾ ਆਨੰਦ ਜਿਹੜਾ ਤੇਰੇ ਤੋਂ ਕਦੇ ਮੁੱਕਣਾ ਹੀ ਨਹੀਂ। ਔਰ ਇਹ ਆਨੰਦ ਯਾਦ ਰੱਖਿਓ, ਕਿਸੇ ਹੋਰ ਥਾਂ ਤੇ ਜਾ ਕੇ ਨਹੀਂ ਮਿਲਣਾ। ਗੁਰੂ ਅਮਰਦਾਸ ਸਾਹਿਬ ਦੀ ਬਾਣੀ ਤੁਸੀਂ ਰੋਜ਼ ਪੜ੍ਹਦੇ ਹੋ, ਆਨੰਦ ਸਾਹਿਬ। ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ। ਮਹਾਰਾਜ ਕਹਿੰਦੇ ਵੀ ਇਹ ਆਨੰਦ ਸਤਿਗੁਰੂ ਤੋਂ ਪ੍ਰਾਪਤ ਹੋਵੇਗਾ। ਗੁਰੂ ਤੋਂ ਬਗੈਰ ਜਿੱਥੇ ਮਰਜ਼ੀ ਚਲੇ ਜਾਏ, ਖੁਆਰੀ ਤੇ ਜ਼ਰੂਰ ਮਿਲ ਜਾਏਗੀ, ਖੱਜਲ ਤੇ ਸਾਰੇ ਹੋਣਗੇ, ਪਰ ਗੁਰੂ ਤੋਂ ਆਨੰਦ ਪ੍ਰਾਪਤ ਹੋਵੇਗਾ। ਸਾਹਿਬ ਨੇ ਕਿਹਾ ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਹੁਣ ਆ ਜਿਹੜੇ ਤੁਸੀਂ ਬੈਠੇ ਹੋ ਨਾ ਸਾਰੇ, ਇਹ ਸੰਤ ਗੁਰੂ ਹੈ। ਸੰਤ ਜਨਾ ਮਿਲ, ਸੰਤ ਸਤਿਗੁਰੂ ਬਾਣੀ ਦੇ ਅੰਦਰ ਜਿਹੜਾ ਸੰਤ ਸ਼ਬਦ ਜਾਂ ਸਾਧ ਸ਼ਬਦ ਵਰਤਿਆ ਹੈ ਨਾ, ਉਹ ਸਤਿਗੁਰੂ ਦੇ ਵਾਸਤੇ ਵਰਤਿਆ ਹੈ। ਬ੍ਰਹਮ ਗਿਆਨੀ ਜਿਹੜਾ ਸੁਖਮਨੀ ਸਾਹਿਬ ਵਿੱਚ ਆਉਂਦਾ ਹੈ ਨਾ, ਤੁਸੀਂ ਅੰਤ ਵਿੱਚ ਪੜ੍ਹਦੇ ਹੋ ਨਾ, ਤੇ ਸਾਹਿਬ ਨੇ ਕਿਰਪਾ ਕੀਤੀ ਵੀ ਬ੍ਰਹਮ ਗਿਆਨੀ ਆਪ ਨਿਰੰਕਾਰ। ਉਹ ਆਪ ਨਿਰੰਕਾਰ ਹੀ ਬ੍ਰਹਮ ਗਿਆਨੀ, ਕੋਈ ਬੰਦਾ ਬ੍ਰਹਮ ਗਿਆਨੀ ਨਹੀਂ। ਬੰਦਾ ਤੇ ਅੱਜ ਹੈ ਕੱਲ ਖਤਮ ਹੋ ਜਾਏਗਾ, ਅੱਜ ਹੈ ਕੱਲ ਮੁੱਕ ਜਾਏਗਾ, ਪਰ ਉਹ ਅਕਾਲ ਪੁਰਖ ਸਦਾ ਇਸ ਸੰਸਾਰ ਵਿੱਚ। ਮਹਾਰਾਜ ਕਹਿੰਦੇ ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਨਾ। ਹੁਣ ਜਿਨ੍ਹਾਂ ਨੇ ਆਪਣਾ ਰੱਬ ਪ੍ਰਾਪਤ ਕਰ ਲਿਆ ਉਹ ਹੀ ਗਿਣਤੀ 'ਚ ਮੰਨੇ ਜਾਣਗੇ, ਬਾਕੀ ਸਾਰੇ ਮੇਰੇ ਵਰਗੇ ਇਸ ਸੰਸਾਰ ਵਿੱਚ ਆਏ ਨਾ ਆਏ ਇੱਕ ਬਰਾਬਰ ਨੇ। ਬੜੇ ਠੇਠ ਜੇ ਸੌਖੇ ਜੇ ਸ਼ਬਦ ਨੇ। ਸਾਹਿਬ ਕਹਿੰਦੇ ਜਿਨ ਪਾਇਆ, ਜਿਨ੍ਹਾਂ ਤੋਂ ਪਾ, ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪਾ ਲਿਆ, ਆਏ ਤਿਸੈ ਗਣਾ, ਉਹਨਾਂ ਨੂੰ ਗਿਣਤੀ ਵਿੱਚ ਗਿਣਿਆ ਜਾਏਗਾ। ਜਿਨ੍ਹਾਂ ਰੱਬ ਪ੍ਰਾਪਤ ਕਰ ਲਿਆ, ਜਿਨ੍ਹਾਂ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਵਸਾ ਲਿਆ, ਤੇ ਇਹਦਾ ਮਤਲਬ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ ਉਹਨਾਂ ਦੀ ਤੇ ਕੋਈ ਗਿਣਤੀ ਨਹੀਂ ਨਾ।
ਉਹ ਤੇ ਆਏ ਨਾ ਆਏ, ਉਹ ਤੇ ਮਨਮੁਖ ਨਾਮ ਵਿਹੂਣਿਆਂ ਵਾਲਾ ਗਮ ਹੈ ਵੀ ਜਿਹੜਾ ਮਨਮੁਖ ਨਿਰੰਕਾਰ ਦੇ ਨਾਮ ਤੋਂ ਖੁੰਝਿਆ ਹੋਇਆ ਹੈ। ਸਾਹਿਬ ਕਹਿੰਦੇ ਵੀ ਉਹ ਇਸ ਸੰਸਾਰ ਦੇ ਅੰਦਰ ਕੱਚਾ ਰੰਗ ਵੇਖ ਵੇਖ ਕੇ ਬੜਾ ਖੁਸ਼ ਹੁੰਦਾ ਹੈ। ਆ ਥੋੜੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਰਹੀ ਹੈ ਨਾ ਹੋਲੀ, ਤੇ ਸਾਰੀਆਂ ਤਿਆਰੀਆਂ ਜਿਹੜੀਆਂ ਉਹ ਸ਼ੁਰੂ ਕਰਤੀਆਂ, ਰੰਗ ਖਰੀਦਣੇ, ਪਿਚਕਾਰੀਆਂ ਇਤਿਆਦਿਕ ਸਭ ਕੁਝ। ਪਰ ਵਾਰੇ ਬਲਿਹਾਰੇ ਜਾਈਏ ਸਤਿਗੁਰੂ ਤੋਂ। ਗੁਰੂ ਕਲਗੀਧਰ ਸਾਹਿਬ ਨੇ ਕਿਹਾ ਸੀ, ਔਰਨ ਕੀ ਹੋਲੀ ਮਮ ਸੰਗ ਹੋਲਾ। ਇਹੋ ਜਿਹਾ ਗੁਰੂ ਤੁਹਾਨੂੰ ਕਿਤੇ ਹੋਰ ਲੱਭ ਜਾਏਗਾ ਵੀ ਜਿਹੜਾ ਦੁਨੀਆ ਦੇ ਲੋਕ ਇੱਕ ਦੂਜੇ ਦੇ ਚਿੱਕੜ ਸੁੱਟਦੇ ਹੋਣ ਤੇ ਉਹ ਅੰਮ੍ਰਿਤ ਦੀ ਦਾਤ ਦੇ ਕੇ ਇਸ ਸੰਸਾਰ ਦੇ ਅੰਦਰ ਵਾਹਿਗੁਰੂ ਨਿਰੰਕਾਰ ਨਾਲ ਜੋੜਦਾ ਹੋਵੇ। ਮਹਾਰਾਜ ਕਹਿੰਦੇ ਔਰਨ ਕੀ ਹੋਲੀ, ਹੋਰਾਂ ਦੀਆਂ ਤੇ ਹੋਲੀਆਂ ਨੇ, ਮਮ ਸੰਗ ਹੋਲਾ। ਕਹਿੰਦੇ ਵੀ ਮੇਰੇ ਨਾਲ ਜਿੰਨੇ ਕਰਨਾ ਉਹ ਹੋਲਾ ਕਰੇ। ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭੇ ਨੇ ਨਾ ਹੋਲੇ ਦਾ ਅਰਥ ਕੀਤਾ ਹੈ ਹੱਲਾ। ਕਹਿੰਦੇ ਵੀ ਉਹ ਥਾਂ ਜਿਹਦੇ ਤੇ ਹੱਲਾ ਕੀਤਾ ਜਾਏ, ਹੋਲਾ ਮਹੱਲਾ, ਹੱਲਾ ਕਰਨ ਵਾਲੀ ਥਾਂ। ਭਾਵ ਉਹ ਸਤਿਗੁਰੂ ਨੇ ਸਾਨੂੰ ਸ਼ਸਤਰ ਵਿਦਿਆ ਦੇ ਕੇ, ਖੈਰ ਇੱਕ ਵੱਖਰਾ ਵਿਸ਼ਾ ਹੈ। ਮਹਾਰਾਜ ਦੀ ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ ਵੀ ਕੱਚਾ ਰੰਗ ਜਿਹੜਾ ਹੈ ਉਹ ਕੁਝ ਦਿਨਾਂ ਦਾ ਹੈ। ਇਹ ਰੰਗ ਅੱਜ ਹੈ ਕੱਲ ਮੁੱਕ ਜਾਏਗਾ। ਪਰ ਸਾਹਿਬ ਕਹਿੰਦੇ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਨਾ। ਇੱਕ ਖਿਨ ਅੱਖ ਝਮਕਣ ਜਿਤਨਾ ਸਮਾਂ ਵੀ ਜਿਹੜੇ ਪਿਆਰਿਆਂ ਵਿੱਚ ਰੱਬ ਵਸਦਾ ਹੈ ਨਾ, ਉਹ ਇੱਕ ਖਿਨ ਵਾਸਤੇ ਵੀ ਰੱਬ ਤੋਂ ਪਾਸੇ ਹੋ ਜਾਣ। ਤੇ ਉਹ ਕਹਿੰਦੇ ਵੀ ਸਾਡੀ ਤੇ ਇਹੋ ਜਿਹਾ ਸਮਾਂ, ਬਾਬਾ ਕਬੀਰ ਸਾਹਿਬ ਦੀ ਬਾਣੀ ਪੜ੍ਹਿਓ। ਬਾਬਾ ਕਬੀਰ ਸਾਹਿਬ ਧਾਗਾ ਬੁਣਨ ਦਾ ਕੰਮ ਕਰਦੇ ਨਾ, ਸਿਰਫ ਮੈਂ 2 ਮਿੰਟ ਆਪ ਜੀ ਦੇ ਹੋਰ ਲੈਣੇ ਨੇ। ਬਾਬਾ ਕਬੀਰ ਸਾਹਿਬ ਧਾਗਾ ਬੁਣਨ ਦਾ ਕੰਮ ਕਰਦੇ ਸੀ ਤੇ ਧਾਗਾ ਬੁਣਦਿਆਂ ਬੁਣਦਿਆਂ ਅਗਰ ਖੰਡੀ ਦੇ ਵਿੱਚੋਂ ਧਾਗਾ ਟੁੱਟ ਜਾਂਦਾ ਸੀ ਤੇ ਉਹਨੂੰ ਫੂਕ ਮਾਰ ਕੇ ਫਿਰ ਤੰਦ ਜੋੜਨਾ ਪੈਂਦਾ ਸੀ। ਬਾਬਾ ਕਬੀਰ ਸਾਹਿਬ ਕਹਿ ਲਗੇ, ਜਬ ਲਗ ਧਾਗਾ ਬਾਹੂ ਬੇਹੀ। ਕਹਿੰਦੇ ਵੀ ਜਦੋਂ ਉਹ ਧਾਗਾ ਉਸ ਤੰਦੀ ਵਿੱਚੋਂ ਟੁੱਟ ਜਾਂਦਾ ਹੈ, ਉਹਨੂੰ ਜੋੜਨ ਵਾਸਤੇ ਫੂਕ ਮਾਰਨੀ ਪੈਂਦੀ ਹੈ। ਬਾਬਾ ਕਬੀਰ ਕਹਿ ਲੱਗੇ, ਅਗਰ ਉਹ ਇੱਕ ਸਵਾਸ ਵੀ ਰੱਬ ਦੇ ਨਾਮ ਤੋਂ ਵਿਹੂਣਾ ਚਲੇ ਗਿਆ ਤੇ ਕਬੀਰ ਐਨ ਇੰਨੇ ਦੁੱਖ ਦੇ ਨੂੰ ਆਪਣੇ ਤੇ ਝੱਲਦਾ ਵੀ ਮੰਨੋ ਵੀ ਕਿੰਨਾ ਦੁੱਖ ਮੇਰੇ ਸਰੀਰ ਤੇ ਮੇਰੇ ਮਨ ਤੇ ਆ ਕੇ ਢਹਿ ਪਿਆ ਹੋਵੇ। ਸਾਹਿਬ ਕਹਿੰਦੇ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਨਾ। ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਵਣਾ। ਉਹ ਰੱਬ ਪਰਮਾਤਮਾ ਜਲ ਹੋਵੇ, ਥਲ ਹੋਵੇ, ਮਹੀਅਲ ਹੋਵੇ, ਪਤਾਲ ਹੋਵੇ, ਆਕਾਸ਼ ਹੋਵੇ, ਸਾਰਿਆਂ ਥਾਵਾਂ ਤੇ ਉਹ ਪੂਰਿਆ ਹੋਇਆ ਹੈ। ਸੋ ਪ੍ਰਭ ਚਿੱਤ ਨਾ ਆਵੇ ਕਿਤੜਾ ਦੁੱਖ ਗਣਾ। ਮਹਾਰਾਜ ਕਹਿੰਦੇ ਜੇ ਉਹ ਰੱਬ ਚੇਤੇ ਵਿੱਚ ਨਾ ਆਵੇ ਤੇ ਕਿੰਨਾ ਵੱਡਾ ਦੁੱਖ, ਕਿੰਨਾ ਵੱਡਾ ਦੁੱਖ। ਸਾਹਿਬ ਕਹਿੰਦੇ ਤੁਧ ਚਿਤ ਆਏ ਮਹਾ ਆਨੰਦਾ। ਜਿਸ ਵਿਸਰੈ ਸੋ ਮਰ ਜਾਏ। ਜੇ ਚੇਤੇ ਚ ਆਏ ਤੇ ਮਹਾ ਆਨੰਦ ਹੈ, ਜੇ ਵਿਸਰ ਜਾਏ ਤੇ ਬੜਾ ਵੱਡਾ ਦੁੱਖ ਹੈ। ਅੱਗੇ ਕਿਰਪਾ ਕੀਤੀ, ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ। ਜਿਨ੍ਹਾਂ ਨੇ ਆਪਣੇ ਰੱਬ ਨੂੰ ਰਾਵਿਆ ਹੈ, ਸਿਮਰਿਆ ਹੈ, ਸਾਹਿਬ ਕਹਿੰਦੇ ਉਹਨਾਂ ਦਾ ਭਾਗ ਬੜਾ ਚੰਗਾ ਹੈ। ਹਰ ਦਰਸ਼ਨ ਕਉ ਮਨ ਲੋਚਦਾ। ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਚੇਤ ਦੇ ਮਹੀਨੇ ਦੇ ਵਿੱਚ ਜਿਨ੍ਹਾਂ ਨੇ ਪ੍ਰਭੂ ਨੂੰ ਮਿਲਾ ਦਿੱਤਾ, ਮੈਂ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰਦਾ, ਮੱਥਾ ਟੇਕਦਾ ਹੈ। ਤੇ ਗੁਰੂ ਪਿਆਰ ਵਾਲਿਓ, ਇੱਕ ਬੇਨਤੀ ਜੋ ਮੈਂ ਆਰੰਭਤਾ ਵਿੱਚ ਕੀਤੀ ਸੀ ਨਾ, ਇਸ ਸਾਲ ਨੂੰ, ਸੰਮਤ ਨੂੰ ਉਸੇ ਤਰ੍ਹਾਂ ਹੀ ਮਨਾਉਣ ਦਾ ਯਤਨ ਕਰਿਆ ਕਰੀਏ, ਕਿਉਂਕਿ ਸਾਡੇ ਬੱਚੇ, ਸਾਡੀ ਪੀੜ੍ਹੀ ਜਿਹੜੀ ਇਹ ਆਉਣ ਵਾਲਾ ਭਵਿੱਖ ਬੈਠਾ ਹੈ, ਬਹੁਤਾ ਜਿਸ ਤਰੀਕੇ ਦੀਆਂ ਸਾਜ਼ਿਸ਼ਾਂ, ਜਿਸ ਤਰ੍ਹਾਂ ਦੀਆਂ ਘਾੜਤਾਂ ਅੱਜ ਘੜ ਕੇ ਤੁਹਾਡੇ ਅੱਗੇ ਰੱਖੀਆਂ ਜਾ ਰਹੀਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ, ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਭਵਿੱਖ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਨਹੀਂ ਸਕਦੇ, ਇਤਿਹਾਸ ਨਾਲ ਜੋੜ ਨਹੀਂ ਸਕਦੇ, ਕਿਉਂਕਿ ਸਾਨੂੰ ਆਪ ਹੀ ਨਹੀਂ ਕੁਝ ਪਤਾ, ਅਸੀਂ ਹੋਰਾਂ ਨੂੰ ਕੀ ਦੱਸਾਂਗੇ। ਸਾਡੇ ਆਪਣੇ ਘਰ ਵਿੱਚ ਹੀ ਨਾ ਪੰਜਾਬੀ ਬੋਲੀ ਜਾਂਦੀ ਹੈ, ਨਾ ਕੋਈ ਇਤਿਹਾਸ, ਸਗੋਂ ਚੰਗੀ ਭਲੀ ਪੰਜਾਬੀ ਆਉਂਦੀ ਵੀ ਹੈ, ਪਰ ਘਰੇ ਆਉਂਦਿਆਂ ਹੀ ਪਾਪਾ ਆਪ ਆ ਗਏ, ਇਹ ਲੈ ਕੇ ਨਹੀਂ ਆਏ, ਉਹ ਕਰਕੇ ਨਹੀਂ ਆਏ, ਐਦਾਂ ਕਰਨਾ ਸ਼ੁਰੂ ਕਰ ਦਿੱਤਾ। ਸਾਨੂੰ ਆਪ ਸਭ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਹੈ ਵੀ ਇਹਨੂੰ ਤੁਸੀਂ ਐਦਾਂ ਨਾ ਕਹਿ ਦਿਓ ਵੀ ਆਉਂਦੇ ਹੈ ਪ੍ਰਚਾਰਕ ਬੋਲ ਕੇ ਚਲੇ ਜਾਂਦੇ ਨੇ। ਇਹ ਸਭ ਤੋਂ ਜ਼ਰੂਰੀ ਹੈ ਸਾਡੇ ਘਰ ਦੇ ਵਿੱਚ ਸਾਡੀ ਬਾਣੀ ਦਾ ਹੋਣਾ। ਅੱਜ ਅਸੀਂ ਜੇ ਮਾਂ ਪਿਓ ਹਿੰਦੀ ਵਿੱਚ ਪਾਠ ਕਰਨਗੇ ਤੇ ਗਾਂ ਬੱਚਿਆਂ ਨੇ ਪੰਜਾਬੀ 'ਚ ਕਿੱਥੋਂ ਕਰ ਲੈਣਾ। ਜੇ ਅੱਜ ਉਹ ਆਪ ਹਿੰਦੀ ਦੇ ਵਿੱਚ ਸੁਖਮਨੀ ਸਾਹਿਬ, ਜਪਜੀ ਸਾਹਿਬ ਨਿਤਨੇਮ ਕਰਦੇ ਨੇ ਤੇ ਉਹਨਾਂ ਨੇ ਅੱਗੋਂ ਉਹਨਾਂ ਦੇ ਜਵਾਕਾਂ ਜਾਂ ਉਹਨਾਂ ਦੇ ਬੱਚਿਆਂ ਨੇ ਪੰਜਾਬੀ ਨਹੀਂ ਪੜ੍ਹਨੇ। ਤੇ ਜਿਹੜੇ ਅੱਜ ਅਸੀਂ ਤਕਰੀਬਨ ਤੇ ਅੱਧੇ ਜ਼ਿਆਦਾ ਟੁੱਟੇ ਹੀ ਹੋਏ ਆ, ਬਹੁਤਿਆਂ ਨੂੰ ਪੰਜਾਬੀ ਆਉਂਦੀ ਨਹੀਂ। ਪਰ ਹੱਥ ਜੋੜ ਬੇਨਤੀ ਹੈ
ਵੀ ਕੋਸ਼ਿਸ਼ ਕਰਿਆ ਕਰੋ। ਠੀਕ ਹੈ, ਸਕੂਲਾਂ ਦੇ ਵਿੱਚ ਜਾਂ ਹੋਰ ਜਿੱਥੇ ਵਰਤਣਾ ਜਿਸ ਭਾਸ਼ਾ ਵਿੱਚ ਉੱਥੇ ਕਰੋ, ਪਰ ਆਪਣੇ ਘਰ ਵਿੱਚ ਘੱਟੋ ਘੱਟ ਪੰਜਾਬੀ ਬੋਲੋ। ਆਪਣੇ ਇਤਿਹਾਸ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਜੋੜੋ। ਆਪ ਸਭ ਸੰਗਤ ਨੂੰ ਇਸ ਨਾਨਕਸ਼ਾਹੀ ਸੰਮਤ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਅਰਦਾਸ ਕਰਦਾ ਹੈ ਸਤਿਗੁਰੂ ਆਪ ਸੰਗਤ ਨੂੰ ਚੜ੍ਹਦੀ ਕਲਾ, ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕਰਕੇ ਆਪਣੇ ਘਰ ਦਾ ਕੂਕਰ ਬਣਾ ਕੇ ਇਸ ਕੂਕਰ ਨੂੰ ਆਪ ਸੰਗਤ ਸਮਕਸ਼ ਕੁਝ ਸ਼ਬਦ ਬੋਲਣ ਦੀ ਸਮਰੱਥਾ ਦਿੱਤੀ। ਇੱਥੋਂ ਦੇ ਪ੍ਰਬੰਧਕ ਸਹਿਬਾਨਾਂ ਦਾ ਵੀਰ ਦਲਜੀਤ ਸਿੰਘ ਜੀ ਹੋਣੀ, ਸਰਦਾਰ ਬਲਬੀਰ ਸਿੰਘ ਜੀ ਬੈਠੇ ਨੇ, ਸਭਨਾਂ ਦਾ ਧੰਨਵਾਦ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਰੀ ਸੰਗਤ ਦੀ ਹਾਜ਼ਰੀ ਦਾ ਸਤਿਕਾਰ ਕਰਨ, ਕਦਮ ਕਦਮ ਲੇਖੇ ਵਿੱਚ ਲਾਉਣ। ਇੱਕ ਵਾਰ ਫਿਰ ਆਪ ਸੰਗਤ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਦਾਸ ਪਾਸੋਂ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਆਪ ਸੰਗਤ ਅਤੇ ਗੁਰੂ ਬਖਸ਼ਣਯੋਗ ਹੈ। ਬਖਸ਼ ਦੇਣਾ, ਬੁਲਾਓ ਫਤਿਹ, ਬਖਸ਼ੋ ਅਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।